ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 11ਵੀਂ ਪਾਠ ਨੰਬਰ 3 ਸਾਈਬਰ ਖਤਰੇ ਅਤੇ ਸੁਰੱਖਿਆ ਨਾਲ ਸੰਬੰਧਿਤ ਸਾਰੇ ਜਿਹੜੇ ਵਿਸ਼ੇ ਉਹ ਅਸੀਂ ਇਸ ਵੀਡੀਓ ਦੇ ਵਿੱਚ ਪੜਾਂਗੇ। ਇਸ ਪਾਠ ਦੇ ਜਿਹੜੇ ਮੁੱਖ ਉਦੇਸ਼ ਨੇ, ਜਿਸ ਵਿੱਚ ਸਾਡੇ ਕੋਲ ਪਹਿਲਾ ਟੌਪਿਕ ਹੈ ਸਾਈਬਰ ਕੀ ਹੈ, ਸਾਈਬਰ ਖਤਰੇ ਜਾਂ ਹਮਲੇ ਕੀ ਹੁੰਦੇ ਹਨ। ਤੀਸਰਾ ਹੈ ਸਾਈਬਰ ਖਤਰੇ ਜਾਂ ਹਮਲੇ ਦੇ ਕਾਰਨ ਕੀ ਹੋ ਸਕਦੇ ਨੇ। ਚੌਥਾ ਹੈ ਮਾਲਵੇਅਰ ਅਤੇ ਇਸ ਦੀਆਂ ਕਿਸਮਾਂ। ਪੰਜਵਾਂ ਸਾਈਬਰ ਸੁਰੱਖਿਆ ਅਤੇ ਤਕਨੀਕਾਂ। ਛੇਵਾਂ ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈਬ। ਸੱਤਵਾਂ IT ਐਕਟ 2000। ਲਾਸਟ ਵਿੱਚ ਅਸੀਂ ਇਸ ਪਾਠ ਦਾ ਜਿਹੜਾ ਅਭਿਆਸ ਹੈ ਉਹ ਕਰਾਂਗੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇੰਟਰਨੈਟ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਸ਼ੇ ਉਹ ਸਾਰੇ ਅਸੀਂ ਇਸ ਪਾਠ ਦੇ ਵਿੱਚ ਕਵਰ ਕਰੀਏ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਸਾਈਬਰ ਕੀ ਹੈ। ਸੋ ਇੰਟਰਨੈਟ ਦੀ ਦੁਨੀਆ ਨੂੰ ਹੀ ਸਾਈਬਰ ਕਿਹਾ ਜਾਂਦਾ ਹੈ। ਸਾਈਬਰ ਸ਼ਬਦ ਗ੍ਰੀਕ ਭਾਸ਼ਾ ਦੇ ਸਾਈਬਰਨੈਟਿਕ ਸ਼ਬਦ ਤੋਂ ਬਣਿਆ ਹੈ, ਜਿਸ ਦਾ ਮਤਲਬ ਹੁੰਦਾ ਹੈ ਸਵੈ ਨਿਯੰਤਰਿਤ ਵਿਗਿਆਨਕ ਪ੍ਰਣਾਲੀ। ਸੋ ਇੰਟਰਨੈਟ ਦੀ ਦੁਨੀਆ ਵਿੱਚ ਸੰਚਾਰ ਅਤੇ ਕੰਪਿਊਟਰ ਆਧਾਰਿਤ ਤਕਨੀਕਾਂ ਦੀ ਸਵੈ ਨਿਯੰਤਰਿਤ ਪ੍ਰਣਾਲੀ ਨੂੰ ਸਾਈਬਰ ਕਿਹਾ ਜਾਂਦਾ ਹੈ। ਸੋ ਸਵੈ ਨਿਯੰਤਰਿਤ ਪ੍ਰਣਾਲੀ ਤੋਂ ਭਾਵ ਹੈ ਕਿ ਜਿਸ ਨੂੰ ਕੋਈ ਵੀ ਕੰਟਰੋਲ ਕਰਨ ਵਾਲਾ ਨਹੀਂ ਹੈ, ਇਹ ਸਾਰੇ ਆਪਣੇ ਆਪ ਨੂੰ ਹੀ ਕੰਟਰੋਲ ਕਰਦੇ ਹਨ। ਸੋ ਸਾਈਬਰ ਨੂੰ ਕਈ ਹੋਰ ਨਾਮ ਜਿਵੇਂ ਸਾਈਬਰ ਖਤਰੇ, ਸਾਈਬਰ ਹਮਲੇ, ਸਾਈਬਰ ਸਪੇਸ, ਸਾਈਬਰ ਕ੍ਰਾਈਮ, ਸਾਈਬਰ ਸੁਰੱਖਿਆ ਆਦਿ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਸਾਈਬਰ ਖਤਰੇ ਜਾਂ ਹਮਲੇ ਬਾਰੇ ਜਾਣ ਲੈਂਦੇ ਹਾਂ। ਸੋ ਇੰਟਰਨੈਟ ਦੀ ਵਰਤੋਂ ਨਾਲ ਜਿੱਥੇ ਹਰ ਖੇਤਰ ਦੇ ਕੰਮਕਾਜ ਵਿੱਚ ਤੇਜ਼ੀ ਆਈ ਹੈ, ਸਮੇਂ ਅਤੇ ਪੈਸੇ ਦੀ ਬਚਤ ਹੋ ਰਹੀ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਕਾਰਨ ਕਈ ਤਰ੍ਹਾਂ ਦੇ ਤਕਨੀਕੀ ਖਤਰੇ ਵੀ ਪੈਦਾ ਹੋ ਗਏ ਹਨ। ਇਹਨਾਂ ਨੂੰ ਹੀ ਤਕਨੀਕੀ ਭਾਸ਼ਾ ਵਿੱਚ ਸਾਈਬਰ ਖਤਰੇ ਜਾਂ ਹਮਲੇ ਕਿਹਾ ਜਾਂਦਾ ਹੈ। ਸੋ ਇੰਟਰਨੈਟ ਦੀ ਦੁਨੀਆ ਵਿੱਚ ਉਹਨਾਂ ਸੰਭਾਵਨਾਵਾਂ ਅਤੇ ਕੋਸ਼ਿਸ਼ਾਂ ਨੂੰ ਸਾਈਬਰ ਖਤਰਿਆਂ ਜਾਂ ਹਮਲਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਜਿਨ੍ਹਾਂ ਰਾਹੀਂ ਇੰਟਰਨੈਟ ਦੀ ਮਦਦ ਨਾਲ ਆਨਲਾਈਨ ਕੰਪਿਊਟਰ ਨੈਟਵਰਕ ਅਤੇ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮਾਂ ਬਾਰੇ ਜਾਣ ਲੈਂਦੇ ਹਾਂ। ਇਸ ਵਿੱਚ ਦੀ ਪਹਿਲੀ ਕਿਸਮ ਹੈ ਸਟਾਕਿੰਗ, ਦੂਸਰੀ ਪਾਇਰੇਸੀ, ਤੀਸਰਾ ਫਿਸ਼ਿੰਗ, ਚੌਥਾ ਹੈਕਿੰਗ, ਪੰਜਵਾਂ ਸਪੈਮਿੰਗ, ਛੇਵਾਂ ਈਮੇਲ ਸਪੂਫਿੰਗ, ਸੱਤਵਾਂ ਡਿਨਾਇਲ ਆਫ ਸਰਵਿਸ, ਅੱਠਵਾਂ ਵੈਬ ਚੈਕਿੰਗ, ਨੌਵਾਂ ਇੰਟਰਨੈਟ ਟਾਈਮ ਥੈਫਟ, 10ਵਾਂ ਸਲੈਮੀ ਅਟੈਕ ਤੇ ਲਾਸਟ ਸਾਡੇ ਕੋਲ ਡਾਟਾ ਡਿਡਲਿੰਗ। ਹੁਣ ਅਸੀਂ ਇਹਨਾਂ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮਾਂ ਬਾਰੇ ਇੱਕ ਇੱਕ ਕਰਕੇ ਵਿਸਤਾਰ ਨਾਲ ਪੜਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮ ਹੈ ਸਟਾਕਿੰਗ। ਸੋ ਸਟਾਕਿੰਗ ਸ਼ਬਦ ਦਾ ਅਰਥ ਹੁੰਦਾ ਹੈ ਪਿੱਛਾ ਕਰਨਾ ਜਾਂ ਪਿੱਛੇ ਪੈ ਜਾਣਾ। ਸਾਈਬਰ ਖਤਰਿਆਂ ਜਾਂ ਹਮਲਿਆਂ ਦੀ ਲੜੀ ਵਿੱਚ ਜਦੋਂ ਕੋਈ ਵਿਅਕਤੀ ਇੰਟਰਨੈਟ ਆਧਾਰਿਤ ਐਪਲੀਕੇਸ਼ਨ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਦੂਜੇ ਵਿਅਕਤੀ ਨੂੰ ਉਸ ਦੀ ਇੱਛਾ ਦੇ ਵਿਰੁੱਧ ਜਾ ਕੇ ਕੋਈ ਸੰਦੇਸ਼ ਜਾਂ ਹੋਰ ਕਿਸੇ ਵੀ ਕਿਸਮ ਦੀ ਅਣਉਚਿਤ ਸਮੱਗਰੀ ਭੇਜ ਕੇ ਪਰੇਸ਼ਾਨ ਕਰਦਾ ਹੈ, ਤਾਂ ਇਸ ਨੂੰ ਸਟਾਕਿੰਗ ਕਿਹਾ ਜਾਂਦਾ ਹੈ। ਸੋ ਇੰਟਰਨੈਟ ਦੇ ਰਾਹੀਂ ਕਿਸੇ ਦੇ ਕੰਮਕਾਜ 'ਤੇ ਨਜ਼ਰ ਰੱਖਣਾ, ਝੂਠੇ ਦੋਸ਼ ਲਗਾਉਣਾ, ਧਮਕੀ ਦੇਣਾ, ਉਸ ਦੀ ਪਹਿਚਾਣ ਨੂੰ ਚੋਰੀ ਕਰ ਲੈਣਾ, ਡਾਟਾ ਜਾਂ ਉਪਕਰਨ ਨਾਲ ਛੇੜਛਾੜ ਕਰਨਾ ਜਾਂ ਉਸ ਨੂੰ ਨੁਕਸਾਨ ਪਹੁੰਚਾਉਣਾ, ਗਾਲਾਂ ਕੱਢਣੀਆਂ, ਸੈਕਸੁਅਲ ਹਰਾਸਮੈਂਟ ਵਰਗੀਆਂ ਗਤੀਵਿਧੀਆਂ ਸਟਾਕਿੰਗ ਨੂੰ ਦਰਸਾਉਂਦੀਆਂ ਹਨ। ਦੂਸਰੀ ਸਾਡੇ ਕੋਲ ਸਾਈਬਰ ਖਤਰੇ ਅਤੇ ਹਮਲੇ ਦੀ ਦੂਸਰੀ ਕਿਸਮ ਹੈ ਪਾਇਰੇਸੀ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ 'ਤੇ ਅਪਲੋਡ ਕੀਤਾ ਜਾਂਦਾ ਹੈ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਿਹਾ ਜਾਂਦਾ ਹੈ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਸੋ ਪਾਇਰੇਸੀ ਦੀ ਉਦਾਹਰਨ ਹੈ ਜਦੋਂ ਅਸੀਂ ਕਿਸੇ ਵੀ ਸਰਚ ਇੰਜਨ ਦੀ ਵਰਤੋਂ ਕਰਦੇ ਹੋਏ ਕੋਈ ਵੀ ਸੌਫਟਵੇਅਰ ਅਸੀਂ ਫ੍ਰੀ 'ਚ ਡਾਊਨਲੋਡ ਕਰਦੇ ਹਾਂ ਤਾਂ ਉਹ ਵੀ ਪਾਇਰੇਟਡ ਜਾਂ ਪਾਇਰੇਸੀ ਦੇ ਅੰਡਰ ਹੀ ਆਉਂਦਾ ਹੈ। ਤੀਸਰਾ ਸਾਡੇ ਕੋਲ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮ ਹੈ ਫਿਸ਼ਿੰਗ। ਸੋ ਫਿਸ਼ਿੰਗ ਦਾ ਮਤਲਬ ਹੈ ਲਾਲਚ ਜਾਂ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾਉਣਾ। ਸੋ ਫਿਸ਼ਿੰਗ ਇੱਕ ਤਰ੍ਹਾਂ ਦਾ ਸਾਈਬਰ ਅਪਰਾਧ ਹੁੰਦਾ ਹੈ, ਜਿਸ ਵਿੱਚ ਈਮੇਲ ਅਤੇ ਕੰਪਿਊਟਰ ਵਿੱਚ ਵਰਤੀਆਂ ਗਈਆਂ ਵੈਬਸਾਈਟਾਂ ਦੀ ਵਰਤੋਂ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰ ਲਈ ਜਾਂਦੀ ਹੈ। ਫਿਸ਼ਿੰਗ ਇੱਕ ਈਮੇਲ ਧੋਖਾ ਕਰਨ ਦਾ ਤਰੀਕਾ ਹੈ, ਜਿਸ ਵਿੱਚ ਗਲਤ ਕੰਮ ਕਰਨ ਵਾਲੇ ਵਿਅਕਤੀ ਇੱਕ ਅਸਲ ਦਿਖਣ ਵਾਲੀ ਈਮੇਲ ਭੇਜਦਾ ਹੈ, ਜੋ ਸਾਡੀ ਨਿੱਜੀ ਤੇ ਵਿੱਤੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ। ਸੋ ਇਸ ਤਰ੍ਹਾਂ ਦੀ ਈਮੇਲ ਜ਼ਿਆਦਾਤਰ ਸਾਡੇ ਜਾਣ ਪਛਾਣ
ਜਾਂ ਵਿਸ਼ਵਾਸ ਵਾਲੇ ਲੋਕਾਂ ਤੋਂ ਆਉਂਦੀ ਹੈ ਤੇ ਸਾਡੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਸਾਡੀ ਲੌਗਇਨ ਡਿਟੇਲ, ਬੈਂਕਿੰਗ ਪਾਸਵਰਡ, ਕ੍ਰੈਡਿਟ ਕਾਰਡ ਦੀ ਜਾਣਕਾਰੀ ਆਦਿ ਇਕੱਠੀ ਕਰ ਲੈਂਦੀ ਹੈ। ਸੋ ਫਿਸ਼ਿੰਗ ਹਮਲੇ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਕਦੇ ਵੀ ਕਿਸੇ ਵੀ ਫੋਨ ਕਾਲ ਰਾਹੀਂ ਕਿਸੇ ਨੂੰ ਵੀ ਆਪਣੀ ਬੈਂਕ ਡਿਟੇਲ ਜਾਂ ਨਿੱਜੀ ਜਾਣਕਾਰੀ ਨਾ ਦਿਓ, ਕਿਉਂਕਿ ਬੈਂਕ ਤੁਹਾਡੇ ਤੋਂ ਇਹੋ ਜਿਹੀ ਕੋਈ ਵੀ ਜਾਣਕਾਰੀ ਉਹ ਕਦੀ ਵੀ ਨਹੀਂ ਪੁੱਛਦਾ। ਸੋ ਜੇਕਰ ਕੋਈ ਤੁਹਾਡੇ ਤੋਂ ਕਿਸੇ ਈਮੇਲ, ਵੌਇਸ ਕਾਲ ਜਾਂ SMS ਰਾਹੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਮੰਗ ਕਰਦਾ ਹੈ ਤਾਂ ਸਮਝ ਜਾਓ ਕਿ ਇਹ ਇੱਕ ਫਿਸ਼ਿੰਗ ਹੈ। ਅਗਲਾ ਸਾਡੇ ਕੋਲ ਸਾਈਬਰ ਹਮਲੇ ਜਾਂ ਖਤਰਿਆਂ ਦੀ ਚੌਥੀ ਸਾਡੇ ਕੋਲ ਕਿਸਮ ਹੈ ਹੈਕਿੰਗ। ਸੋ ਹੈਕਿੰਗ ਦਾ ਮਤਲਬ ਹੁੰਦਾ ਹੈ ਕੰਪਿਊਟਰ ਸਿਸਟਮ ਦੀ ਕਿਸੇ ਕਮਜ਼ੋਰੀ ਨੂੰ ਲੱਭਣਾ ਅਤੇ ਉਸ ਕਮਜ਼ੋਰੀ ਦਾ ਫਾਇਦਾ ਜਾਂ ਲਾਭ ਲੈ ਕੇ ਕੰਪਿਊਟਰ ਦੇ ਮਾਲਕ ਨੂੰ ਬਲੈਕਮੇਲ ਕਰਨਾ। ਸੋ ਹੈਕਿੰਗ ਇੱਕ ਵਿਅਕਤੀ ਵੱਲੋਂ ਕੰਪਿਊਟਰ ਰਾਹੀਂ ਕੀਤੀ ਜਾਂਦੀ ਹੈ, ਜਿਸ ਨੂੰ ਹੈਕਰ ਜਾਂ ਅਣਅਧਿਕਾਰਤ ਵਿਅਕਤੀ ਕਿਹਾ ਜਾਂਦਾ ਹੈ ਅਤੇ ਉਸ ਨੂੰ ਕੰਪਿਊਟਰ ਬਾਰੇ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਅਤੇ ਉਹ ਕੰਪਿਊਟਰ ਵਿੱਚੋਂ ਜਾਣਕਾਰੀ ਚੋਰੀ ਕਰਨ ਵਿੱਚ ਮਾਹਰ ਹੁੰਦੇ ਹਨ। ਸੋ ਹੈਕਿੰਗ ਵੀ ਇੱਕ ਸਾਈਬਰ ਅਪਰਾਧ ਹੈ, ਜਿਸ ਦੇ ਰਾਹੀਂ ਹੈਕਰ ਕਿਸੇ ਨਾ ਕਿਸੇ ਤਕਨੀਕ ਰਾਹੀਂ ਦੂਜੇ ਵਿਅਕਤੀ ਦੇ ਕੰਪਿਊਟਰ ਖਾਤੇ, ਵੈਬਸਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ID ਨਾਲ ਛੇੜਛਾੜ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅਗਲੀ ਸਾਡੇ ਕੋਲ ਸਾਈਬਰ ਹਮਲੇ ਜਾਂ ਖਤਰਿਆਂ ਦੀ ਕਿਸਮ ਹੈ ਸਪੈਮਿੰਗ। ਸੋ ਕਿਸੇ ਵਿਅਕਤੀ ਨੂੰ ਇੱਕ ਹੀ ਵਿਸ਼ੇ ਨਾਲ ਸੰਬੰਧਿਤ ਬਾਰ-ਬਾਰ ਈਮੇਲ ਰਾਹੀਂ ਮੈਸੇਜ ਭੇਜਣਾ ਜਾਂ ਅਣਚਾਹੇ ਸੰਦੇਸ਼ ਜਾਂ ਵਿਗਿਆਪਨ ਭੇਜਣਾ ਸਪੈਮਿੰਗ ਅਖਵਾਉਂਦਾ ਹੈ। ਸੋ ਸਪੈਮਿੰਗ ਦਾ ਮੁੱਖ ਉਦੇਸ਼ ਯੂਜ਼ਰ ਦੇ ਕੰਪਿਊਟਰ ਦਾ ਡਾਟਾ ਚੋਰੀ ਕਰਨਾ ਹੁੰਦਾ ਹੈ, ਜਿਵੇਂ ਕਿ ਈਮੇਲ, ਫੇਸਬੁੱਕ ਅਤੇ WhatsApp ਉੱਪਰ ਸਭ ਤੋਂ ਜ਼ਿਆਦਾ ਸਪੈਮਿੰਗ ਹੁੰਦੀ ਹੈ। ਸੋ ਸਪੈਮਿੰਗ ਵਿੱਚ ਕਿਸੇ ਵਿਅਕਤੀ ਜਾਂ ਕਿਸੇ ਕੰਪਨੀ ਰਾਹੀਂ ਅਣਜਾਣ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਬਿਨਾਂ ਆਗਿਆ ਅਣਚਾਹੀਆਂ ਈਮੇਲ ਭੇਜੀਆਂ ਜਾਂਦੀਆਂ ਹਨ ਅਤੇ ਬਾਰ-ਬਾਰ ਉਹਨਾਂ ਈਮੇਲਾਂ ਵਿੱਚ ਦਰਸਾਏ ਗਏ ਲਿੰਕ 'ਤੇ ਕਲਿੱਕ ਕਰਕੇ ਨਿੱਜੀ ਜਾਣਕਾਰੀ ਭਰਨ ਲਈ ਕਿਹਾ ਜਾਂਦਾ ਹੈ, ਤਾਂ ਜੋ ਨਿੱਜੀ ਜਾਂ ਗੁਪਤ ਸੂਚਨਾ ਪ੍ਰਾਪਤ ਕਰਕੇ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਸੋ ਅਗਲੀ ਸਾਡੇ ਕੋਲ ਸਾਈਬਰ ਹਮਲੇ ਜਾਂ ਖਤਰਿਆਂ ਦੀ ਕਿਸਮ ਹੈ ਈਮੇਲ ਸਪੂਫਿੰਗ। ਸੋ ਈਮੇਲ ਸਪੂਫਿੰਗ ਦਾ ਮਤਲਬ ਹੈ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਈਮੇਲ ਖਾਤੇ ਤੋਂ ਭੇਜੀ ਗਈ ਈਮੇਲ ਖਾਤੇ ਦੀ ਜਗ੍ਹਾ ਉਸ ਅਣਜਾਣ ਵਿਅਕਤੀ ਦੇ ਜਾਣ ਪਛਾਣ ਦੇ ਕਿਸੇ ਵਿਅਕਤੀ ਦੇ ਈਮੇਲ ਖਾਤੇ ਨੂੰ ਦਿਖਾਉਣਾ ਅਤੇ ਜਾਣਕਾਰੀ ਇਕੱਠਾ ਕਰ ਲੈਣਾ। ਸੋ ਈਮੇਲ ਸਪੂਫਿੰਗ ਰਾਹੀਂ ਈਮੇਲ ਭੇਜਣ ਵਾਲੇ ਅਸਲ ਵਿਅਕਤੀ ਦੀ ਥਾਂ 'ਤੇ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਦਾ ਈਮੇਲ ਪਤਾ ਦਿਖਾਈ ਦਿੰਦਾ ਹੈ ਅਤੇ ਇਸ ਚੱਕਰ ਵਿੱਚ ਫਸ ਕੇ ਕਈ ਘੱਟ ਜਾਣਕਾਰੀ ਵਾਲੇ ਵਿਅਕਤੀ ਆਪਣੀ ਕਿਸੇ ਕਿਸਮ ਦੀ ਗੁਪਤ ਸੂਚਨਾ ਨੂੰ ਉਸ ਈਮੇਲ ਪਤੇ 'ਤੇ ਸਾਂਝੀ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਇਸ ਦਾ ਨੁਕਸਾਨ ਭੁਗਤਣਾ ਪੈਂਦਾ ਹੈ। ਸੱਤਵੇਂ ਸਾਡੇ ਕੋਲ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮ ਹੈ ਡਿਨਾਇਲ ਆਫ ਸਰਵਿਸ ਅਟੈਕ। ਸੋ ਡਿਨਾਇਲ ਆਫ ਸਰਵਿਸ ਇੱਕ ਕਿਸਮ ਦਾ ਆਨਲਾਈਨ ਹਮਲਾ ਹੈ। ਸੋ ਇਹ ਵੀ ਇੱਕ ਸਾਈਬਰ ਅਪਰਾਧ ਹੈ। ਇਸ ਅਟੈਕ ਦੀ ਵਰਤੋਂ ਕਰਕੇ ਹੈਕਰ ਕਿਸੇ ਨੈਟਵਰਕ ਜਾਂ ਕੰਪਿਊਟਰ ਸਿਸਟਮ ਨੂੰ ਉਸ ਦੇ ਵਰਤੋਂਕਾਰਾਂ ਲਈ ਉਪਲਬਧ ਕਰਾਉਣ ਤੋਂ ਰੋਕ ਦਿੰਦੇ ਹਨ ਅਤੇ ਇਸ ਅਟੈਕ ਦਾ ਮੁੱਖ ਟੀਚਾ ਯੂਜ਼ਰ ਨੂੰ ਨੈਟਵਰਕ ਜਾਂ ਕੰਪਿਊਟਰ ਸਿਸਟਮ ਤੱਕ ਪਹੁੰਚ ਕਰਨ ਤੋਂ ਰੋਕਣਾ ਹੈ। ਸੋ ਡਿਨਾਇਲ ਆਫ ਸਰਵਿਸ ਅਟੈਕ ਵਿੱਚ ਨੈਟਵਰਕ ਜਾਂ ਕੰਪਿਊਟਰ ਸਿਸਟਮ ਵਿੱਚ ਟ੍ਰੈਫਿਕ ਭੇਜ ਕੇ ਉਸ ਨੂੰ ਓਵਰਲੋਡ ਕਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਕ੍ਰੈਸ਼ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਇਸ ਦੇ ਯੂਜ਼ਰ ਇਸ ਤੱਕ ਪਹੁੰਚ ਨਹੀਂ ਕਰ ਪਾਉਂਦੇ। ਸੋ ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ ਕਿ ਕਾਫੀ ਸਾਰੇ ਜਿਹੜੇ ਵਰਕ ਸਟੇਸ਼ਨ ਹੈ ਉਹ ਇੰਟਰਨੈਟ ਦੇ ਮਾਧਿਅਮ ਦੇ ਨਾਲ ਬੈਂਕ ਦੇ ਸਰਵਰ ਦੇ ਨਾਲ ਜੁੜਨਾ ਚਾਹੁੰਦੇ ਹਨ, ਪਰ ਅਟੈਕਰ ਵੱਲੋਂ ਜਿਹੜਾ ਬੈਂਕ ਦਾ ਸਰਵਰ ਹੈ ਉਸ ਨੂੰ ਇੰਟਰਨੈਟ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ, ਜਿਸ ਦੇ ਕਰਕੇ ਜਿਹੜੇ ਯੂਜ਼ਰ ਹੈ ਉਹ ਜਿਹੜੀ ਸਰਵਿਸ ਵਰਤਣਾ ਚਾਹ ਰਹੇ ਆ ਤਾਂ ਉਸ ਨੂੰ ਉਹ ਵਰਤ ਨਹੀਂ ਪਾ ਰਹੇ, ਕਿਉਂਕਿ ਜਾਂ ਤਾਂ ਉਸਦੇ ਉੱਪਰ ਟ੍ਰੈਫਿਕ ਬਹੁਤ ਜ਼ਿਆਦਾ ਭੇਜ ਦਿੱਤੀ ਗਈ ਹੈ ਜਾਂ ਉਹ ਸਿਸਟਮ ਕ੍ਰੈਸ਼ ਹੋ ਗਿਆ ਹੈ। ਅਗਲੀ ਸਾਡੇ ਕੋਲ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮ ਹੈ ਵੈਬ ਜੈਕਿੰਗ। ਸੋ ਵੈਬ ਜੈਕਿੰਗ ਹਾਈਜੈਕਿੰਗ ਦੀ ਤਰ੍ਹਾਂ ਹੀ ਇੱਕ ਅਣਅਧਿਕਾਰਤ ਕਾਰਵਾਈ ਹੈ। ਸੋ ਹਾਈਜੈਕਿੰਗ ਦੇ ਵਿੱਚ ਅਸੀਂ ਜਿਵੇਂ ਤੁਸੀਂ ਜਾਣਦੇ ਹੋ, ਹਾਈਜੈਕਿੰਗ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਾ। ਸੋ ਵੈਬ ਜੈਕਿੰਗ ਵੀ ਹਾਈਜੈਕਿੰਗ ਦੀ ਤਰ੍ਹਾਂ ਹੀ ਇੱਕ ਅਣਅਧਿਕਾਰਤ ਕਾਰਵਾਈ ਹੈ, ਜਿਸ ਵਿੱਚ ਕਿਸੇ ਹੈਕਰ ਰਾਹੀਂ ਆਪਣੇ ਨਿੱਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈਬਸਾਈਟ 'ਤੇ ਕਬਜ਼ਾ ਕਰਕੇ ਉਸ ਵਿੱਚ ਅਣਅਧਿਕਾਰਤ ਬਦਲਾਵ ਕਰਕੇ ਵੈਬਸਾਈਟ ਵਿੱਚ ਮੌਜੂਦ ਸੂਚਨਾ ਨੂੰ ਬਦਲ ਦਿੱਤਾ ਜਾਂਦਾ ਹੈ ਜਾਂ ਵੈਬਸਾਈਟ ਦਾ ਕੰਟਰੋਲ ਵਾਪਸ ਦੇਣ ਦੇ ਬਦਲੇ ਪੈਸਿਆਂ ਦੀ ਜਿਹੜੀ ਡਿਮਾਂਡ ਆ ਉਹ ਕੀਤੀ ਜਾਂਦੀ ਹੈ। ਸੋ ਵੈਬ ਜੈਕਿੰਗ ਰਾਹੀਂ ਕਿਸੇ ਵੈਬਸਾਈਟ ਵਾਂਗ
ਡੁਪਲੀਕੇਟ ਵੈਬਸਾਈਟ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਵੈਬਸਾਈਟ ਦਾ ਐਡਰੈਸ ਵੀ ਅਸਲੀ ਵੈਬਸਾਈਟ ਵਾਂਗ ਮਿਲਦਾ ਜੁਲਦਾ ਹੋ ਸਕਦਾ ਹੈ, ਜਿਵੇਂ ਕਿ hdfc.com ਦੀ ਜਗ੍ਹਾ hdfcs.com ਸਾਈਟ ਨਜ਼ਰ ਆਵੇਗੀ। ਸੋ ਜਿਵੇਂ ਹੀ ਅਸੀਂ ਇਸ ਵੈਬਸਾਈਟ 'ਤੇ ਕਲਿੱਕ ਕਰਾਂਗੇ ਜਾਂ ਕੋਈ ਆਪਣੀ ਜਾਣਕਾਰੀ ਭਰਾਂਗੇ, ਥੋੜੀ ਜਾਣਕਾਰੀ ਹੈ ਉਹ ਅਨਅਧਿਕਾਰਤ ਵਿਅਕਤੀ ਕੋਲ ਪਹੁੰਚ ਜਾਵੇਗੀ ਤਾਂ ਉਹ ਉਸ ਦਾ ਗਲਤ ਜਿਹੜਾ ਵਰਤੋਂ ਹੈ ਉਹ ਵੀ ਕਰ ਸਕਦੇ ਹਨ। ਅੱਗੇ ਸਾਡੇ ਕੋਲ ਸਾਈਬਰ ਖਤਰਿਆਂ ਜਾਂ ਹਮਲੇ ਦੀ ਅਗਲੀ ਕਿਸਮ ਹੈ ਇੰਟਰਨੈਟ ਟਾਈਮ ਥੈਫਟ। ਸੋ ਇੰਟਰਨੈਟ ਟਾਈਮ ਥੈਫਟ ਇੱਕ ਅਜਿਹੀ ਅਨਅਧਿਕਾਰਤ ਆਨਲਾਈਨ ਕਾਰਵਾਈ ਹੈ ਜਿਸ ਵਿੱਚ ਕਿਸੇ ਵਿਅਕਤੀ ਰਾਹੀਂ ਕਿਸੇ ਦੂਜੇ ਵਿਅਕਤੀ ਦੀ ਇੰਟਰਨੈਟ ਦੀ ਵਰਤੋਂ ਲਈ ਵਰਤਿਆ ਜਾ ਰਿਹਾ ਯੂਜ਼ਰਨੇਮ ਅਤੇ ਪਾਸਵਰਡ ਚੋਰੀ ਕਰਕੇ ਉਸ ਦੇ ਇੰਟਰਨੈਟ ਖਾਤੇ ਵਿੱਚ ਮੌਜੂਦ ਡਾਟਾ ਉਸ ਦੀ ਮਰਜ਼ੀ ਤੋਂ ਬਿਨਾਂ ਚੋਰੀ ਜਾਂ ਵਰਤ ਲਿਆ ਜਾਂਦਾ ਹੈ, ਜਿਸ ਦੀ ਕੋਈ ਵੀ ਜਾਣਕਾਰੀ ਅਸਲ ਵਿਅਕਤੀ ਨੂੰ ਨਹੀਂ ਹੁੰਦੀ। ਉਦਾਹਰਨ ਲਈ ਸਾਡੇ ਆਲੇ ਦੁਆਲੇ ਕਿਸੇ ਵੀ ਵਾਈਫਾਈ ਨੈਟਵਰਕ ਨੂੰ ਦਾ ਪਾਸਵਰਡ ਬੁੱਝ ਕੇ ਜੇਕਰ ਅਸੀਂ ਉਸ ਨੂੰ ਵਰਤਦੇ ਹਾਂ ਤਾਂ ਉਸ ਦਾ ਜਿਹੜਾ ਮਾਲਕ ਹੈ ਉਸ ਦੇ ਜਿਹੜੇ ਖਾਤੇ ਵਿੱਚ ਜੋ ਡਾਟਾ ਪਿਆ ਹੋਇਆ ਜਿੰਨੀ ਉਸ ਦੀ ਹੱਦ ਹੈ ਉਹ ਡਾਟਾ ਜਿਹੜਾ ਉਹ ਘਟ ਜਾਏਗਾ। ਸੋ ਅਗਲਾ ਸਾਡੇ ਕੋਲ ਹੈ ਸਲੈਮੀ ਅਟੈਕ। ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਲ ਹੈ। ਸਲੈਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਖਾਤਿਆਂ ਵਿੱਚੋਂ ਥੋੜ੍ਹੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਇਸ ਅਟੈਕ ਬਾਰੇ ਗ੍ਰਾਹਕ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਅਜਿਹੇ ਆਨਲਾਈਨ ਹਮਲਿਆਂ ਵਿੱਚ ਉਹਨਾਂ ਗਾਹਕਾਂ ਦੇ ਖਾਤਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਜ਼ਿਆਦਾ ਰਾਸ਼ੀ ਹੁੰਦੀ ਹੈ ਅਤੇ ਪੈਸੇ ਦਾ ਲੈਣ ਦੇਣ ਵੀ ਵੱਧ ਹੁੰਦਾ ਹੈ। ਸੋ ਜਦੋਂ ਇਹਨਾਂ ਦੇ ਖਾਤਿਆਂ ਵਿੱਚ ਕੋਈ ਛੋਟੀ ਜਿਹੀ ਅਮਾਊਂਟ ਜਿਹੜੀ ਉਹ ਟ੍ਰਾਂਸਫਰ ਹੋ ਜਾਂਦੀ ਹੈ ਤਾਂ ਛੋਟੀ ਜਿਹੀ ਅਮਾਊਂਟ ਹੋਣ ਕਰਕੇ ਜਿਹੜੇ ਗਾਹਕ ਹੈ ਉਹ ਕਦੇ ਵੀ ਪੁਲਿਸ ਵਿੱਚ ਕੰਪਲੇਨ ਨਹੀਂ ਕਰਦੇ, ਜਿਸ ਦੇ ਕਰਕੇ ਇਸ ਤਰ੍ਹਾਂ ਜਿਹੜੇ ਹੈਕਰ ਹੈ ਉਹ ਕਦੇ ਵੀ ਪਕੜ ਵਿੱਚ ਨਹੀਂ ਆਉਂਦੇ। ਅਗਲਾ ਸਾਡੇ ਕੋਲ 11ਵੀਂ ਸਾਈਬਰ ਖਤਰੇ ਜਾਂ ਹਮਲੇ ਦੀ ਕਿਸਮ ਹੈ ਡਾਟਾ ਡਿਡਲਿੰਗ। ਸੋ ਡਾਟਾ ਡਿਡਲਿੰਗ ਦਾ ਮਤਲਬ ਹੈ ਖਰਾਬ ਕਰਨਾ ਜਾਂ ਉਸ ਨੂੰ ਮਿਟਾਉਣਾ। ਸਾਈਬਰ ਹਮਲਿਆਂ ਦੀ ਦੁਨੀਆ ਵਿੱਚ ਡਾਟਾ ਡਿਡਲਿੰਗ ਇੱਕ ਅਜਿਹੀ ਆਨਲਾਈਨ ਹਮਲਾ ਹੈ ਜਿਸ ਵਿੱਚ ਕਿਸੇ ਸਾਈਬਰ ਅਪਰਾਧੀ ਵੱਲੋਂ ਕਿਸੇ ਵਿਅਕਤੀ ਦੁਆਰਾ ਭਰੇ ਜਾ ਰਹੇ ਆਨਲਾਈਨ ਅੰਕੜਿਆਂ ਜਾਂ ਹੋਰ ਕਿਸੇ ਕਿਸਮ ਦੀ ਸੂਚਨਾ ਨੂੰ ਖਤਮ ਕਰਕੇ ਜਾਂ ਬਦਲ ਕੇ ਉਸਦੀ ਜਗ੍ਹਾ ਕਿਸੇ ਹੋਰ ਸੂਚਨਾ ਨੂੰ ਇਨਪੁਟ ਵਜੋਂ ਵਰਤ ਕੇ ਆਪਣੇ ਨਿੱਜੀ ਹਿੱਤਾਂ ਅਨੁਸਾਰ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੇ ਸਾਈਬਰ ਅਟੈਕ ਨੂੰ ਡਾਟਾ ਡਿਡਲਿੰਗ ਕਿਹਾ ਜਾਂਦਾ ਹੈ। ਅੱਗੇ ਹੁਣ ਅਸੀਂ ਸਾਈਬਰ ਹਮਲਿਆਂ ਦੇ ਕਾਰਨ ਜਾਣ ਲੈਂਦੇ ਹਾਂ ਕਿ ਕੀ ਕਾਰਨ ਨੇ ਜਿਹੜੇ ਸਾਈਬਰ ਹਮਲੇ ਆ ਉਹ ਇੰਨੇ ਜ਼ਿਆਦਾ ਵੱਧ ਰਹੇ ਨੇ। ਤੇ ਇਸ ਦਾ ਸਭ ਤੋਂ ਪਹਿਲਾ ਕਾਰਨ ਹੈ ਇੰਟਰਨੈਟ ਤੱਕ ਆਸਾਨ ਪਹੁੰਚ। ਸੋ ਇੰਟਰਨੈਟ ਤੇ ਆਸਾਨ ਪਹੁੰਚ ਕਾਰਨ ਹਰ ਵਿਅਕਤੀ ਬਹੁਤ ਜ਼ਿਆਦਾ ਸਮਾਂ ਇੰਟਰਨੈਟ ਤੇ ਬਤੀਤ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆਂ ਰਾਹੀਂ ਇੰਟਰਨੈਟ ਤੇ ਸਾਂਝੀਆਂ ਕਰਦਾ ਹੈ, ਜਿਸ ਨਾਲ ਸਾਈਬਰ ਹਮਲਾਵਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਹੌਸਲਾ ਮਿਲਦਾ ਹੈ। ਦੂਸਰਾ ਇਸ ਦਾ ਕਾਰਨ ਹੈ ਤਕਨੀਕੀ ਜਾਣਕਾਰੀ ਦੀ ਘਾਟ। ਸੋ ਜਿਨ੍ਹਾਂ ਵਿਅਕਤੀਆਂ ਨੂੰ ਤਕਨੀਕੀ ਜਾਣਕਾਰੀ ਬਿਲਕੁਲ ਵੀ ਨਹੀਂ ਹੁੰਦੀ ਅਤੇ ਉਹ ਬਿਨਾਂ ਕੁਝ ਸੋਚੇ ਸਮਝੇ ਕਿਸੇ ਨਾ ਕਿਸੇ ਅਜਿਹੇ ਲਿੰਕ ਜਾਂ ਵੈਬਸਾਈਟ ਨੂੰ ਖੋਲ੍ਹ ਲੈਂਦੇ ਹਨ ਜਿੱਥੇ ਕਿ ਉਹਨਾਂ ਤੋਂ ਕਿਸੇ ਨਾ ਕਿਸੇ ਗੁਪਤ ਜਾਣਕਾਰੀ ਜਿਵੇਂ ਕਿ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਜਾਂ ਪਾਸਵਰਡ ਭਰਨ ਲਈ ਕਿਹਾ ਜਾਂਦਾ ਹੈ ਅਤੇ ਉਹ ਭਰ ਦਿੰਦੇ ਹਨ, ਜਿਸ ਨਾਲ ਉਹ ਸਾਈਬਰ ਹਮਲਾਵਰਾਂ ਦੇ ਚੱਕਰਵਿਊਹ ਵਿੱਚ ਫਸ ਜਾਂਦੇ ਹਨ, ਜਿਸ ਦੇ ਕਾਰਨ ਉਹਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਤੀਸਰੀ ਇਸ ਦੀ ਕਿਸਮ ਹੈ ਸਿਕਿਉਰਿਟੀ ਅਤੇ ਪ੍ਰਾਈਵੇਸੀ ਦੀ ਸੁਚੱਜੀ ਵਰਤੋਂ ਕਰਨਾ। ਸਾਈਬਰ ਹਮਲੇ ਵਧਣ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਇੰਟਰਨੈਟ ਵਰਤੋਂਕਾਰ ਇੰਟਰਨੈਟ ਦੀ ਵਰਤੋਂ ਸਮੇਂ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਦੀ ਵਰਤੋਂ ਨਹੀਂ ਕਰਦੇ, ਜਿਸ ਕਰਕੇ ਸਾਈਬਰ ਹਮਲਾਵਰ ਆਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤਿਆਂ ਨੂੰ ਆਸਾਨੀ ਨਾਲ ਵਰਤ ਪਾਉਂਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਚੌਥਾ ਇਸ ਦਾ ਕਾਰਨ ਹੈ ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ। ਸੋ ਅੱਜ ਕੱਲ੍ਹ ਅਪਰਾਧਿਕ ਬਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਿਕ ਹਿੱਤਾਂ ਨੂੰ ਪੂਰਾ ਕਰਨ ਲਈ ਸਾਈਬਰ ਹਮਲਿਆਂ ਦਾ ਸਹਾਰਾ ਲੈ ਰਹੇ ਹਨ, ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਉਹ ਘਰ ਬੈਠੇ ਹੀ ਆਪਣੇ ਵਿਰੋਧੀ ਨੂੰ ਆਨਲਾਈਨ ਨੁਕਸਾਨ ਪਹੁੰਚਾ ਸਕਦੇ ਹਨ। ਅਤੇ ਇਸ ਦਾ ਅਗਲਾ ਸਾਈਬਰ ਹਮਲੇ ਦਾ ਕਾਰਨ ਹੈ
IT ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ। ਸੋ ਸਾਈਬਰ ਹਮਲਿਆਂ ਦੀ ਤਾਦਾਦ ਇਸ ਕਰਕੇ ਵੀ ਵੱਧਦੀ ਜਾ ਰਹੀ ਹੈ ਕਿਉਂਕਿ ਬਹੁਤੇ ਲੋਕਾਂ ਨੂੰ IT ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਹੀਂ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਉਹ ਕਿਸੇ ਕਿਸਮ ਦਾ ਸਾਈਬਰ ਅਪਰਾਧ ਕਰਦੇ ਹਨ ਤਾਂ ਉਹਨਾਂ ਨੂੰ ਕੀ ਸਜ਼ਾ ਜਾਂ ਕੀ ਜੁਰਮਾਨਾ ਹੋ ਸਕਦਾ ਹੈ। ਸੋ ਇਸ ਅਗਿਆਨਤਾ ਕਾਰਨ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨੀਆ ਦੇ ਵਿੱਚ ਸ਼ਾਮਲ ਹੋ ਰਹੇ ਹਨ। ਅੱਗੇ ਇਸ ਦਾ 6ਵਾਂ ਕਾਰਨ ਮੋਬਾਈਲ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ। ਸਾਈਬਰ ਹਮਲਿਆਂ ਵਿੱਚ ਵਾਧੇ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਮੋਬਾਈਲ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਦੁਨੀਆ ਭਰ ਵਿੱਚ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ, ਜਿਸ ਨਾਲ ਸਾਈਬਰ ਹਮਲਿਆਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ ਕਿਉਂਕਿ ਮੋਬਾਈਲ ਫੋਨ ਦੇ ਵਰਤੋਂਕਾਰ ਇੰਟਰਨੈਟ ਦੀ ਵਰਤੋਂ ਕਰਕੇ ਆਸਾਨੀ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ, ਜੋ ਕਿ ਬਹੁਤ ਵੱਡੇ ਪੱਧਰ 'ਤੇ ਵੀ ਹੋ ਰਹੀ ਹੈ। ਸੋ ਮੋਬਾਈਲ ਫੋਨ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਐਪ ਹੋਸਟ ਦੁਆਰਾ ਕਈ ਤਰ੍ਹਾਂ ਦੀ ਸੂਚਨਾ ਵਰਤੋਂਕਾਰਾਂ ਤੋਂ ਆਨਲਾਈਨ ਭਰਵਾਈ ਜਾਂਦੀ ਹੈ ਅਤੇ ਕਈ ਵਾਰ ਮੋਬਾਈਲ ਫੋਨ ਵਰਤੋਂਕਾਰਾਂ ਵੱਲੋਂ ਗਲਤੀ ਨਾਲ ਵੀ ਕਿਸੇ ਤਰ੍ਹਾਂ ਦੀ ਗੁਪਤ ਸੂਚਨਾ ਸ਼ੇਅਰ ਹੋ ਜਾਂਦੀ ਹੈ ਜਾਂ ਕਿਸੇ ਲਿੰਕ 'ਤੇ ਕਲਿੱਕ ਕਰਨ ਉਪਰੰਤ ਮੰਗੀ ਗਈ ਸੂਚਨਾ ਨੂੰ ਭਰ ਕੇ ਸਬਮਿਟ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਵੀ ਉਹ ਮਾਲੀ ਜਾਂ ਮਾਨਸਿਕ ਨੁਕਸਾਨ ਉਹਨਾਂ ਨੂੰ ਭੁਗਤਣਾ ਪੈਂਦਾ ਹੈ। ਸੋ ਅੱਗੇ ਹੁਣ ਅਸੀਂ ਮਾਲਵੇਅਰ ਬਾਰੇ ਜਾਣਾਂਗੇ। ਸੋ ਮਾਲਵੇਅਰ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਜਿਸ ਵਿੱਚ ਮਾਲ ਦਾ ਪੂਰਾ ਸ਼ਬਦ ਹੈ ਮੈਲੀਸ਼ੀਅਸ। ਸੋ ਮੈਲੀਸ਼ੀਅਸ ਦਾ ਮਤਲਬ ਹੁੰਦਾ ਦੂਸ਼ਿਤ ਅਤੇ ਵੇਅਰ ਦਾ ਪੂਰਾ ਸ਼ਬਦ ਹੈ ਸੌਫਟਵੇਅਰ ਅਤੇ ਇਹ ਦੋਨਾਂ ਦੇ ਸੁਮੇਲ ਦਾ ਛੋਟਾ ਰੂਪ ਮਾਲਵੇਅਰ ਹੈ। ਸੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦੂਸ਼ਿਤ ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ, ਜੋ ਕਿ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਿਕ ਵਿਅਕਤੀ ਦੇ ਲੋਕਾਂ ਵੱਲੋਂ ਬਣਾਏ ਜਾਂਦੇ ਹਨ ਅਤੇ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਜਾਂ ਖਰਾਬ ਕਰਦੇ ਹਨ। ਆਮ ਤੌਰ 'ਤੇ ਕੰਪਿਊਟਰ ਵਾਇਰਸ ਨੂੰ ਹੀ ਮਾਲਵੇਅਰ ਕਿਹਾ ਜਾਂਦਾ ਹੈ। ਅੱਗੇ ਹੁਣ ਅਸੀਂ ਮਾਲਵੇਅਰ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਾਂਗੇ। ਇਸ ਦੀ ਪਹਿਲੀ ਕਿਸਮ ਹੈ ਐਡਵੇਅਰ, ਦੂਸਰਾ ਸਪਾਈਵੇਅਰ, ਤੀਸਰਾ ਕੰਪਿਊਟਰ ਵਾਇਰਸ, ਚੌਥਾ ਰੈਂਸਮਵੇਅਰ, ਪੰਜਵਾਂ ਕੰਪਿਊਟਰ ਵਰਮ, ਛੇਵਾਂ ਟਰੋਜਨ ਹਾਰਸ, ਸੱਤਵਾਂ ਬਰਾਊਜ਼ਰ ਹੈਕਿੰਗ ਔਰ ਹਾਈਜੈਕਿੰਗ ਸੌਫਟਵੇਅਰ, ਅੱਠਵਾਂ ਹੈ ਸਟੀਲਵੇਅਰ। ਸੋ ਅੱਗੇ ਹੁਣ ਅਸੀਂ ਮਾਲਵੇਅਰ ਦੀਆਂ ਇਹਨਾਂ 8 ਕਿਸਮਾਂ ਬਾਰੇ ਇੱਕ ਇੱਕ ਕਰਕੇ ਜਾਣਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਐਡਵੇਅਰ। ਸੋ ਐਡਵੇਅਰ ਉਹ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਐਡ ਔਨ ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤੁਸੀਂ ਦੇਖਿਆ ਹੋਵੇਗਾ ਕਈ ਵਾਰ ਅਸੀਂ ਬਰਾਊਜ਼ਰ ਰਾਹੀਂ ਇੰਟਰਨੈਟ ਵਰਤ ਰਹੇ ਹੁੰਦੇ ਹਨ ਤਾਂ ਉਹਦੇ ਉੱਪਰ ਕਾਫੀ ਸਾਰੀਆਂ ਜਿਹੜੀਆਂ ਐਡਸ ਹੈ ਉਹ ਆਉਂਦੀਆਂ ਨੇ। ਤਾਂ ਜਦੋਂ ਵੀ ਅਸੀਂ ਉਸ ਐਡ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਉਹ ਸਾਨੂੰ ਕਿਸੇ ਹੋਰ ਲਿੰਕ 'ਤੇ ਲੈ ਜਾਂਦਾ ਹੈ। ਸੋ ਐਡਵੇਅਰ ਉਸ ਸਮੇਂ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ ਜਦੋਂ ਕਿਸੇ ਯੂਜ਼ਰ ਵੱਲੋਂ ਇੰਟਰਨੈਟ ਸਰਫਿੰਗ ਸਮੇਂ ਕਿਸੇ ਅਣਚਾਹੀ ਨਜ਼ਰ ਆ ਰਹੀ ਐਡ ਔਨ ਜਾਂ ਮਸ਼ਹੂਰੀ 'ਤੇ ਕਲਿੱਕ ਕੀਤਾ ਜਾਂਦਾ ਹੈ। ਤਾਂ ਉਦੋਂ ਅਸੀਂ ਐਡਵੇਅਰ ਜਿਹੜੇ ਸੌਫਟਵੇਅਰ ਹੈ ਉਸ ਨੂੰ ਆਪਣੇ ਕੰਪਿਊਟਰ 'ਚ ਇੰਸਟਾਲ ਹੋਣ ਲਈ ਪਰਮਿਸ਼ਨ ਦੇ ਦਿੰਦੇ ਹਾਂ। ਅਗਲਾ ਸਾਡੇ ਕੋਲ ਹੈ ਸਪਾਈਵੇਅਰ। ਸਪਾਈਵੇਅਰ ਸਾਡੇ ਕੰਪਿਊਟਰ ਵਿੱਚ ਇੰਸਟਾਲ ਹੋਇਆ ਉਹ ਪ੍ਰੋਗਰਾਮ ਹੈ ਜੋ ਸਾਡੇ ਬਾਰੇ ਤੇ ਅਸੀਂ ਕੰਪਿਊਟਰ ਨੂੰ ਕਿਵੇਂ ਵਰਤਦੇ ਹਾਂ ਦੀ ਜਾਣਕਾਰੀ ਕਿਸੇ ਤੀਸਰੇ ਵਿਅਕਤੀ ਨੂੰ ਭੇਜਦਾ ਹੈ। ਸੋ ਸਪਾਈਵੇਅਰ ਸਾਡੇ ਕੰਪਿਊਟਰ ਵਿੱਚ ਉਦੋਂ ਇੰਸਟਾਲ ਹੁੰਦਾ ਹੈ ਜਦੋਂ ਅਸੀਂ ਕਿਸੇ ਨਾ ਵਿਸ਼ਵਾਸਯੋਗ ਸਰੋਤ ਤੋਂ ਕੋਈ ਮੁਫਤ ਸੌਫਟਵੇਅਰ ਡਾਊਨਲੋਡ ਜਾਂ ਇੰਸਟਾਲ ਕਰਦੇ ਹਾਂ। ਸੋ ਸਪਾਈਵੇਅਰ ਪ੍ਰੋਗਰਾਮ ਇੰਸਟਾਲ ਹੋ ਜਾਣ ਤੋਂ ਬਾਅਦ ਸਾਡੇ ਕੰਪਿਊਟਰ ਦੀ ਜਾਣਕਾਰੀ ਇਕੱਠੀ ਕਰਨਾ ਸ਼ੁਰੂ ਕਰ ਦਿੰਦੇ ਹਨ। ਅਸੀਂ ਜਿਹੜੀ ਕੀ ਦਬਾਉਂਦੇ ਹਾਂ ਜਿਸ ਵਿੱਚ ਪਾਸਵਰਡ ਜਾਂ ਫਿਰ ਸਾਡੇ ਕ੍ਰੈਡਿਟ ਕਾਰਡ ਨੰਬਰ ਵੀ ਸ਼ਾਮਲ ਹੋ ਸਕਦਾ ਹੈ ਨੂੰ ਰਿਕਾਰਡ ਕਰਦੇ ਹਨ। ਇਸ ਤਰ੍ਹਾਂ ਦੇ ਸਪਾਈਵੇਅਰ ਪ੍ਰੋਗਰਾਮ ਨੁਕਸਾਨਦਾਇਕ ਹੁੰਦੇ ਹਨ। ਜਦੋਂ ਸਪਾਈਵੇਅਰ ਪ੍ਰੋਗਰਾਮ ਜਾਣਕਾਰੀ ਇਕੱਠੀ ਕਰ ਲੈਂਦਾ ਹੈ ਤਾਂ ਇਹ ਜਾਣਕਾਰੀ ਉਸ ਵਿਅਕਤੀ ਨੂੰ ਭੇਜਦਾ ਹੈ ਜਿਸ ਨੇ ਇਹ ਸਪਾਈਵੇਅਰ ਪ੍ਰੋਗਰਾਮ ਬਣਾਇਆ ਹੁੰਦਾ ਹੈ ਅਤੇ ਜਦੋਂ ਇਹ ਜਾਣਕਾਰੀ ਭੇਜੀ ਜਾਂਦੀ ਹੈ ਸਾਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਚੱਲਦਾ। ਸੋ ਜਦੋਂ ਵੀ ਅਸੀਂ ਸਪਾਈਵੇਅਰ ਪ੍ਰੋਗਰਾਮ ਨੂੰ ਡਿਲੀਟ ਕਰਦੇ ਹਾਂ ਤਾਂ ਇਹ ਆਪਣੇ ਆਪ ਨੂੰ ਦੁਬਾਰਾ ਇੰਸਟਾਲ ਕਰ ਲੈਂਦਾ ਹੈ। ਸੋ ਵਿਸ਼ਵਾਸਯੋਗ ਸਪਾਈਵੇਅਰ ਮੈਨੇਜਮੈਂਟ ਟੂਲ ਨਾਲ ਇਸ ਨਾਲ ਨਿਪਟਿਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਮਾਲਵੇਅਰ ਦੀ ਤੀਸਰੀ ਕਿਸਮ ਹੈ ਕੰਪਿਊਟਰ ਵਾਇਰਸ। ਕੰਪਿਊਟਰ ਵਾਇਰਸ ਇੱਕ ਪ੍ਰੋਗਰਾਮ ਜਾਂ ਕੋਡ ਹੁੰਦਾ ਹੈ ਜੋ ਕਿ ਦੂਜੇ ਕੰਪਿਊਟਰ ਪ੍ਰੋਗਰਾਮ ਵਿੱਚ ਆਪਣੇ ਆਪ ਨੂੰ ਦੁਹਰਾਉਂਦੇ ਹਨ ਅਤੇ ਸਾਡੇ ਕੰਪਿਊਟਰ ਵਿੱਚ ਮੌਜੂਦ ਸੌਫਟਵੇਅਰ, ਹਾਰਡਵੇਅਰ ਤੇ ਡਾਟਾ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਸੋ ਵਾਇਰਸ ਇੱਕ ਵਾਰ ਕੰਪਿਊਟਰ ਵਿੱਚ ਦਾਖਲ ਹੋ ਜਾਣ ਤੋਂ ਬਾਅਦ ਕੁਝ ਨੁਕਸਾਨਦਾਇਕ ਕਿਰਿਆਵਾਂ ਕਰਦੇ ਹਨ, ਜਿਵੇਂ ਕਿ ਡਾਟਾ ਨੂੰ ਖਰਾਬ ਕਰਨਾ, ਸੰਵੇਦਨਸ਼ੀਲ ਜਾਣਕਾਰੀ ਲੈਣਾ, ਡਿਵਾਈਸ ਜਾਂ ਨੈਟਵਰਕ ਦੀ ਰਫ਼ਤਾਰ ਨੂੰ ਹੌਲੀ ਕਰ ਦੇਣਾ ਆਦਿ। ਸੋ ਕਿਸੇ ਕੰਪਿਊਟਰ ਜਾਂ ਨੈਟਵਰਕ ਵਿੱਚ ਵਾਇਰਸ ਸੰਕਰਮਣ ਦੇ ਕਈ ਸਰੋਤ ਹੋ ਸਕਦੇ ਹਨ। ਮਤਲਬ ਤੁਹਾਡੇ ਕੰਪਿਊਟਰ ਨੈਟਵਰਕ 'ਚ ਵਾਇਰਸ ਕਿੱਥੋਂ ਆ ਸਕਦਾ ਹੈ। ਤਾਂ ਪਹਿਲਾਂ ਸਾਡੇ ਕੋਲ ਹੈ ਇੰਟਰਨੈਟ ਰਾਹੀਂ, ਦੂਸਰਾ ਸਟੋਰੇਜ ਡਿਵਾਈਸਿਸ ਰਾਹੀਂ ਜਿਵੇਂ ਪੈਨ ਡਰਾਈਵ ਜਾਂ ਕੋਈ ਹੋਰ ਮੀਡੀਆ, ਤੀਸਰਾ ਹੈ ਡਾਊਨਲੋਡ, ਜਿੱਥੇ ਵੀ ਅਸੀਂ ਕੋਈ ਸੌਫਟਵੇਅਰ ਡਾਊਨਲੋਡ ਕਰਦੇ ਹਾਂ ਉਸ ਦੇ ਨਾਲ ਵੀ ਕੰਪਿਊਟਰ ਵਾਇਰਸ ਅਟੈਚ ਹੋ ਸਕਦਾ ਹੈ। ਚੌਥਾ ਹੈ ਈਮੇਲ ਅਟੈਚਮੈਂਟ। ਪੰਜਵਾਂ ਹੈ ਪਾਇਰੇਟਡ ਜਾਂ ਕਰੈਕ ਸੌਫਟਵੇਅਰ। ਅੱਗੇ ਸਾਡੇ ਕੋਲ ਮਾਲਵੇਅਰ ਦੀ ਚੌਥੀ ਕਿਸਮ ਹੈ ਰੈਨਸਮਵੇਅਰ। ਸੋ ਰੈਨਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਤੋਂ ਹੈ ਜੋ ਕਿ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲੌਕ ਕਰ ਦਿੰਦੇ ਹਨ, ਅਤੇ ਇਸ ਤਰ੍ਹਾਂ ਦੇ ਸੌਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਵੱਲੋਂ ਕੰਪਿਊਟਰ ਨੂੰ ਅਨਲੌਕ ਕਰਨ ਦੇ ਬਦਲੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ। ਸੋ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਨੂੰ ਰੈਨਸਮਵੇਅਰ ਕਿਹਾ ਜਾਂਦਾ ਹੈ। ਸੋ ਕਈ ਰੈਨਸਮਵੇਅਰ ਸੌਫਟਵੇਅਰ ਜਿਹੜੇ ਵਾਇਰਸ ਹੈ ਉਹ ਤੁਹਾਡੇ ਕੰਪਿਊਟਰ ਨੂੰ ਨਸ਼ਟ ਵੀ ਕਰ ਦਿੰਦੇ ਹਨ। ਅਗਲੇ ਸਾਡੇ ਕੋਲ ਮਾਲਵੇਅਰ ਦੀ ਪੰਜਵੀਂ ਕਿਸਮ ਹੈ ਕੰਪਿਊਟਰ ਵਰਮ। ਸੋ ਸਭ ਤੋਂ ਪਹਿਲਾਂ ਅਸੀਂ ਵਰਮ ਦਾ ਮਤਲਬ ਸਮਝ ਲੈਂਦੇ ਹਾਂ। ਵਰਮ ਦਾ ਪੂਰਾ ਨਾਮ ਹੁੰਦਾ ਹੈ, ਪੂਰਾ ਇਹਦੇ ਸਪੈਲਿੰਗ ਹੈਗੀ WORM, ਜਿਸ ਦਾ ਪੂਰਾ ਨਾਮ ਹੈ W ਤੋਂ ਰਾਈਟ, O ਤੋਂ ਵਨਸ, R ਤੋਂ ਰੀਡ, M ਤੋਂ ਮੈਨੀ, ਮਤਲਬ ਰਾਈਟ ਵਨਸ, ਰੀਡ ਮੈਨੀ। ਸੋ ਇੱਕ ਵਾਰ ਵਰਮ ਤੁਹਾਡੇ ਕੰਪਿਊਟਰ ਵਿੱਚ ਜੇਕਰ ਇੰਸਟਾਲ ਹੋ ਜਾਵੇ ਤਾਂ ਉਹ ਆਪਣੇ ਆਪ ਹੀ ਉਸ ਦੀਆਂ ਡੁਪਲੀਕੇਟ ਜਿਹੜੀਆਂ ਕਾਪੀਜ਼ ਹੈ ਵਾਇਰਸ ਦੀਆਂ ਉਹ ਬਣਾਉਂਦਾ ਰਹਿੰਦਾ ਹੈ। ਸੋ ਕੰਪਿਊਟਰ ਵਰਮ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਹੀ ਹੁੰਦੇ ਹਨ ਜੋ ਕਿ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੇ ਹਨ। ਕੰਪਿਊਟਰ ਵਰਮ ਕੰਪਿਊਟਰ ਦੀ ਪ੍ਰਣਾਲੀ ਨੂੰ ਹੌਲੀ ਅੰਦਰੋਂ ਅੰਦਰੀ ਘੁਣ ਵਾਂਗ ਦੂਸ਼ਿਤ ਕਰਦੇ ਹਨ ਅਤੇ ਅਸਲ ਫਾਈਲਾਂ ਨੂੰ ਛੁਪਾ ਕੇ ਵਾਇਰਸ ਦੀਆਂ ਫਾਈਲਾਂ ਨੂੰ ਉਸ ਦੀ ਥਾਂ 'ਤੇ ਵਿਖਾਉਂਦੇ ਹਨ, ਅਤੇ ਇਹ ਆਪਣੇ ਆਪ ਨੂੰ ਦੁਹਰਾਉਂਦੇ ਰਹਿੰਦੇ ਹਨ। ਸੋ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਉਸਦੇ ਕੰਪਿਊਟਰ ਵਿੱਚ ਵਰਮ ਪ੍ਰੋਗਰਾਮ ਦਾਖਲ ਹੋ ਚੁੱਕਿਆ ਹੈ। ਸੋ ਜਦੋਂ ਤੱਕ ਇਸ ਬਾਰੇ ਪਤਾ ਲੱਗਦਾ ਹੈ ਉਦੋਂ ਤੱਕ ਕੰਪਿਊਟਰ ਖਰਾਬ ਹੋ ਚੁੱਕਿਆ ਹੁੰਦਾ ਹੈ। ਅੱਗੇ ਸਾਡੇ ਕੋਲ ਮਾਲਵੇਅਰ ਦੀ ਛੇਵੀਂ ਕਿਸਮ ਹੈ ਟਰੋਜਨ ਹਾਰਸ। ਸੋ ਟਰੋਜਨ ਨੂੰ ਹੀ ਟਰੋਜਨ ਹਾਰਸ ਵੀ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਦਾ ਮਾਲਵੇਅਰ ਹੁੰਦਾ ਹੈ ਜੋ ਕਿ ਇੱਕ ਯੂਜ਼ਰ ਦੇ ਕੰਪਿਊਟਰ ਨੂੰ ਬਿਨਾਂ ਆਗਿਆ ਵਰਤਣ ਲਈ ਬਣਾਇਆ ਗਿਆ ਹੈ। ਸੋ ਟਰੋਜਨ ਹਾਰਸ ਵਾਇਰਸ ਦੀ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦੇ ਨਹੀਂ, ਬਲਕਿ ਕੰਪਿਊਟਰ ਵਿੱਚ ਇੰਸਟਾਲ ਹੋਣ ਵਾਲੇ ਵਾਇਰਸ ਦੀ ਅਗਵਾਈ ਕਰਦੇ ਹਨ। ਸੋ ਟਰੋਜਨ ਜਿਹੜਾ ਸ਼ਬਦ ਹੈ ਇੱਕ ਗ੍ਰੀਕ ਕਹਾਣੀ ਟਰੋਜਨ ਵਾਰ ਤੋਂ ਲਿਆ ਗਿਆ ਹੈ, ਜਿਸ ਵਿੱਚ ਗ੍ਰੀਕ ਨੇ ਯੁੱਧ ਸ਼ਾਂਤੀ ਲਈ ਇੱਕ ਲੱਕੜੀ ਦਾ ਘੋੜਾ ਭੇਜਿਆ ਸੀ। ਜਦੋਂ ਟਰੋਜਨ ਨੇ ਉਸ ਘੋੜੇ ਨੂੰ ਆਪਣੇ ਗੇਟ ਤੋਂ ਅੰਦਰ ਕਰ ਲਿਆ ਤੇ ਗੇਟ ਬੰਦ ਕਰ ਦਿੱਤੇ ਤਾਂ ਰਾਤ ਪੈਣ ਤੇ ਘੋੜੇ ਦੇ ਅੰਦਰ ਛੁਪੇ ਹੋਏ ਸੈਨਿਕ ਬਾਹਰ ਨਿਕਲ ਆਏ ਤੇ ਉਹਨਾਂ ਨੇ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਹਨਾਂ ਦਰਵਾਜ਼ਿਆਂ ਰਾਹੀਂ ਗ੍ਰੀਕ ਦੇਸ਼ ਦੀ ਸੈਨਾ ਸ਼ਹਿਰ ਵਿੱਚ ਦਾਖਲ ਹੋ ਗਈ ਤੇ ਸ਼ਹਿਰ ਤੇ ਕਬਜ਼ਾ ਕਰ ਲਿਆ। ਟਰੋਜਨ ਹੋਰ ਸੌਫਟਵੇਅਰ ਵੀ ਇਸੇ ਤਰੀਕੇ ਨਾਲ ਕੰਮ ਕਰਦੇ ਹਨ। ਇੱਥੇ ਟਰੋਜਨ ਸਾਡਾ ਕੰਪਿਊਟਰ ਹੈ ਤੇ ਘੋੜਾ ਇੱਕ ਵਿਸ਼ਵਾਸਯੋਗ ਦਿਖਣ ਵਾਲੀ ਐਪਲੀਕੇਸ਼ਨ ਹੈ। ਜਿਵੇਂ ਸਾਡੇ ਕੋਲ ਮਾਲਵੇਅਰ ਦੀ ਕਿਸਮ ਹੈ ਬਰਾਊਜ਼ਰ ਹੈਕਿੰਗ। ਸੋ ਬਰਾਊਜ਼ਰ ਹੈਕਿੰਗ ਜਾਂ ਹਾਈਜੈਕਿੰਗ ਸੌਫਟਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿ ਕਿਸੇ ਵੀ ਯੂਜ਼ਰ ਦੇ ਵੈਬ ਬਰਾਊਜ਼ਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਸਦੇ ਯੂਜ਼ਰ ਦੀ ਮਰਜ਼ੀ ਤੋਂ ਬਿਨਾਂ ਬਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ ਅਤੇ ਉਸ ਬਰਾਊਜ਼ਰ 'ਤੇ ਅਣਚਾਹੀਆਂ ਵੈਬਸਾਈਟਾਂ ਵੀ ਆਪਣੇ ਆਪ ਖੁੱਲ੍ਹਣ ਲਾ ਦਿੰਦੇ ਹਨ। ਸੋ ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬਰਾਊਜ਼ਰ ਹੈਕਿੰਗ ਜਾਂ ਬਰਾਊਜ਼ਰ ਹਾਈਜੈਕਿੰਗ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਮਾਲਵੇਅਰ ਦੀ 8ਵੀਂ ਕਿਸਮ ਹੈ ਸਟੀਲਵੇਅਰ। ਸੋ ਸਟੀਲਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿ ਕਿਸੇ ਤਰ੍ਹਾਂ ਦੀ ਜ਼ਰੂਰੀ ਸੂਚਨਾ ਨੂੰ ਚੋਰੀ ਕਰਨ ਜਾਂ ਉਸ ਦੀ ਥਾਂ ਬਦਲਣ ਲਈ ਬਣਾਏ ਜਾਂਦੇ ਹਨ। ਸੋ ਸਟੀਲਵੇਅਰ ਆਮ ਤੌਰ 'ਤੇ ਬੈਂਕਿੰਗ ਖੇਤਰ ਵਿੱਚ ਪੈਸੇ ਦੇ ਲੈਣ ਦੇਣ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆ ਤਾਂ ਕਿਸੇ ਜਾਣਕਾਰੀ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ, ਜਦਕਿ ਸਟੀਲਵੇਅਰ ਮਾਲਵੇਅਰ ਇਸ ਦੀ ਥਾਂ ਨੂੰ ਬਦਲ ਕੇ ਕਿਸੇ ਸਾਈਬਰ ਅਪਰਾਧੀ ਜਿਸਨੇ ਇਹ ਸਟੀਲਵੇਅਰ ਬਣਾਇਆ ਹੁੰਦਾ ਹੈ ਉਸ ਦੇ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਕਰ ਦਿੰਦੇ ਹਨ। ਅੱਗੇ ਹੁਣ ਅਸੀਂ ਸਾਈਬਰ ਸੁਰੱਖਿਆ ਤਕਨੀਕ ਬਾਰੇ ਜਾਣਾਂਗੇ। ਸੋ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਖਰਾਬ ਹੋਣ, ਡਾਟਾ ਚੋਰੀ ਹੋਣ ਅਤੇ ਹੋਰ ਹਰ ਤਰ੍ਹਾਂ ਦੇ ਸਾਈਬਰ ਖਤਰਿਆਂ ਤੋਂ ਬਚਾਉਣ ਲਈ ਕੀਤੇ ਜਾਂਦੇ ਹਰ ਤਰ੍ਹਾਂ ਦੇ ਉਪਾਅ ਨੂੰ ਸਾਈਬਰ ਸੁਰੱਖਿਆ ਕਹਿੰਦੇ ਹਨ।
ਸੋ ਸਾਈਬਰ ਸੁਰੱਖਿਆ ਤਕਨੀਕ ਉਹ ਕੰਪਿਊਟਰ ਸੌਫਟਵੇਅਰ ਜਾਂ ਪ੍ਰੋਗਰਾਮ ਹੁੰਦੇ ਹਨ ਜੋ ਕਿ ਕੰਪਿਊਟਰ ਪ੍ਰਣਾਲੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਾਂ ਇਹਨਾਂ ਨੂੰ ਸੁਰੱਖਿਆ ਗਾਰਡ ਦੇ ਤੌਰ ਤੇ ਬਾਅਦ ਵਿੱਚ ਇੰਸਟਾਲ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਸਾਈਬਰ ਹਮਲੇ ਜਾਂ ਕਿਸੇ ਹੋਰ ਕਿਸਮ ਦੇ ਧੋਖੇ ਤੋਂ ਬਚਾਅ ਕੀਤਾ ਜਾ ਸਕੇ। ਸੋ ਅੱਗੇ ਹੁਣ ਅਸੀਂ ਇਹਨਾਂ ਸਾਈਬਰ ਸੁਰੱਖਿਆ ਤਕਨੀਕ ਦੇ ਬਾਰੇ ਦੀ ਕਿਸਮਾਂ ਬਾਰੇ ਜਾਣਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਪ੍ਰਮਾਣੀਕਰਨ, ਦੂਸਰਾ ਸਟਰੋਂਗ ਪਾਸਵਰਡ, ਤੀਸਰਾ ਹੈ ਇਨਕ੍ਰਿਪਸ਼ਨ, ਚੌਥਾ ਹੈ ਐਂਟੀਵਾਇਰਸ, ਪੰਜਵਾਂ ਹੈ ਫਾਇਰਵਾਲ, ਛੇਵਾਂ ਸਾਡੇ ਕੋਲ ਹੈ ਡਿਜੀਟਲ ਸਿਗਨੇਚਰ। ਸੋ ਇਹ ਸਾਡੇ ਕੋਲ ਸਾਈਬਰ ਸੁਰੱਖਿਆ ਤਕਨੀਕ ਦੇ 6 ਤਰੀਕੇ ਨੇ ਜਿਨ੍ਹਾਂ ਰਾਹੀਂ ਅਸੀਂ ਆਪਣੇ ਕੰਪਿਊਟਰ ਜਾਂ ਨੈਟਵਰਕ ਨੂੰ ਕੁਝ ਹੱਦ ਤੱਕ ਸੁਰੱਖਿਅਤ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪ੍ਰਮਾਣੀਕਰਨ ਬਾਰੇ ਜਾਣਾਂਗੇ। ਪ੍ਰਮਾਣੀਕਰਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਅਧਿਕਾਰ ਹੁੰਦੇ ਹਨ ਕਿ ਕਿਸ ਨੂੰ ਉਸਦੇ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦੇਣੀ ਹੈ ਜਾਂ ਦਿੱਤੀ ਹੈ ਅਤੇ ਕਿਸ ਨੂੰ ਨਹੀਂ। ਸੋ ਪ੍ਰਮਾਣੀਕਰਨ ਸੁਰੱਖਿਆ ਤਕਨੀਕ ਰਾਹੀਂ ਸਿਰਫ ਉਹ ਵਿਅਕਤੀ ਹੀ ਇਸ ਕੰਪਿਊਟਰ ਸਿਸਟਮ ਨੂੰ ਵਰਤ ਸਕਦਾ ਹੈ ਜਿਸ ਨੂੰ ਇਸ ਕੰਪਿਊਟਰ ਸਿਸਟਮ ਦੇ ਮਾਲਕ ਵੱਲੋਂ ਪ੍ਰਮਾਣਿਕਤਾ ਦਿੱਤੀ ਗਈ ਹੋਵੇ। ਦੂਸਰੀ ਇਸ ਦੀ ਕਿਸਮ ਹੈ ਸਟਰੋਂਗ ਪਾਸਵਰਡ। ਸੋ ਕੰਪਿਊਟਰ ਸਿਸਟਮ ਪ੍ਰਣਾਲੀ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਦਾ ਆਸਾਨ ਅਤੇ ਸੌਖਾ ਤਰੀਕਾ ਆਪਣੀ ਹਰ ਤਰ੍ਹਾਂ ਦੀ ਆਈਡੀ ਅਤੇ ਖਾਤੇ ਲਈ ਸਟਰੋਂਗ ਪਾਸਵਰਡ ਦੀ ਵਰਤੋਂ ਕੀਤੀ ਜਾਵੇ। ਸੋ ਪਾਸਵਰਡ ਜਿੰਨਾ ਗੁੰਝਲਦਾਰ ਅਤੇ ਸਖਤ ਹੋਵੇਗਾ, ਹੈਕਰ ਲਈ ਜਾਂ ਅਨਅਧਿਕਾਰਤ ਵਿਅਕਤੀ ਲਈ ਇਸ ਪਾਸਵਰਡ ਨੂੰ ਬੁੱਝਣਾ ਜਾਂ ਚੋਰੀ ਕਰਨਾ ਉਨਾ ਹੀ ਔਖਾ ਹੋਵੇਗਾ। ਸੋ ਕਿਸੇ ਵੀ ਤਰ੍ਹਾਂ ਦੀ ਆਈਡੀ ਦੇ ਖਾਤੇ ਦਾ ਪਾਸਵਰਡ ਅੱਖਰ ਜਿਵੇਂ ਕਿ ਛੋਟੇ ਅਤੇ ਵੱਡੇ A to Z ਤੱਕ, ਨੰਬਰ 0 ਤੋਂ 9 ਤੱਕ ਅਤੇ ਵਿਸ਼ੇਸ਼ ਚਿੰਨ੍ਹ @ $, ਐਕਸਕਲੇਮੇਸ਼ਨ ਜਿੰਨੇ ਵੀ ਵਿਸ਼ੇਸ਼ ਚਿੰਨ੍ਹ ਨੇ ਸਾਰਿਆਂ ਦੇ ਸੁਮੇਲ ਨਾਲ ਚੁਣ ਕੇ ਰੱਖਣਾ ਚਾਹੀਦਾ ਹੈ। ਤੇ ਜਿਹੜਾ ਤੁਹਾਡਾ ਪਾਸਵਰਡ ਹੈ ਉਸ ਨੂੰ ਹਰ ਹਫ਼ਤੇ ਬਾਅਦ ਜਾਂ 2-3 ਦਿਨ ਬਾਅਦ ਚੇਂਜ ਕਰ ਦੇਣਾ ਚਾਹੀਦਾ ਹੈ। ਸੋ ਕਦੇ ਵੀ ਪਾਸਵਰਡ ਆਪਣਾ ਨਾਮ, ਜਨਮ ਮਿਤੀ, ਮੋਬਾਈਲ ਨੰਬਰ ਆਦਿ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਜਿਹੇ ਪਾਸਵਰਡ ਨੂੰ ਸਾਈਬਰ ਅਪਰਾਧੀ ਆਸਾਨੀ ਨਾਲ ਬੁੱਝ ਸਕਦੇ ਨੇ ਜਾਂ ਚੋਰੀ ਕਰ ਸਕਦੇ ਹਨ। ਅੱਗੇ ਸਾਡੇ ਕੋਲ ਇਸਦੀ ਤੀਸਰੀ ਕਿਸਮ ਹੈ ਇਨਕ੍ਰਿਪਸ਼ਨ। ਸੋ ਇਨਕ੍ਰਿਪਸ਼ਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਨੂੰ ਕਿਸੇ ਯੂਜ਼ਰ ਦੇ ਖਾਤੇ ਦੇ ਪਾਸਵਰਡ ਜਾਂ ਡਾਟੇ ਉੱਪਰ ਲਾਗੂ ਕੀਤਾ ਜਾਂਦਾ ਹੈ ਤਾਂ ਕਿ ਜਦੋਂ ਵੀ ਇਹ ਪਾਸਵਰਡ ਜਾਂ ਡਾਟਾ ਕਿਸੇ ਵੀ ਵੈਬਸਾਈਟ ਵਿੱਚ ਭਰਿਆ ਜਾਵੇ ਤਾਂ ਇਨਕ੍ਰਿਪਸ਼ਨ ਤਕਨੀਕ ਇਸ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦੇਵੇ ਅਤੇ ਜਿਸ ਨੂੰ ਕਿਸੇ ਲਈ ਵੀ ਸਮਝਣਾ ਔਖਾ ਹੋਵੇ ਜਾਂ ਤੁਹਾਡੇ ਨਾਲ ਕੋਈ ਬੈਠਾ ਹੋਵੇ ਤਾਂ ਉਹ ਵੀ ਉਸ ਪਾਸਵਰਡ ਨੂੰ ਪੜ੍ਹ ਨਾ ਸਕੇ। ਸੋ ਇਨਕ੍ਰਿਪਸ਼ਨ ਤਕਨੀਕ ਦੀ ਵਰਤੋਂ ਈਮੇਲ ਆਈਡੀ, ਪਾਸਵਰਡ ਜਾਂ ਆਨਲਾਈਨ ਬੈਂਕਿੰਗ ਦੇ ਪਾਸਵਰਡ ਤੇ ਲਾਗੂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਇਸ ਦੀ ਚੌਥੀ ਕਿਸਮ ਹੈ ਐਂਟੀਵਾਇਰਸ। ਸੋ ਐਂਟੀਵਾਇਰਸ ਇੱਕ ਸੌਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਹੈ ਜਿਸ ਦੀ ਵਰਤੋਂ ਕੰਪਿਊਟਰ ਵਿੱਚ ਵਾਇਰਸ ਦਾ ਪਤਾ ਲਗਾਉਣ ਅਤੇ ਉਸ ਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ ਵਾਇਰਸ ਨੂੰ ਮਿਟਾਉਣ ਤੋਂ ਇਲਾਵਾ ਵਰਮ, ਟਰੋਜਨ ਅਤੇ ਐਡਵੇਅਰ ਨੂੰ ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਸੋ ਐਂਟੀਵਾਇਰਸ ਸੌਫਟਵੇਅਰ ਸਾਡੀਆਂ ਆਨਲਾਈਨ ਕਿਰਿਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫਾਈਲ ਆਪਣੇ ਕੰਪਿਊਟਰ ਵਿੱਚ ਡਾਊਨਲੋਡ ਨਹੀਂ ਕਰ ਰਹੇ। ਸੋ ਕੰਪਿਊਟਰ ਵਿੱਚ ਵਾਇਰਸ ਆ ਜਾਣ ਦੀ ਸੂਰਤ ਵਿੱਚ ਅਸੀਂ ਐਂਟੀਵਾਇਰਸ ਦੀ ਮਦਦ ਨਾਲ ਉਸ ਦੀ ਪਹਿਚਾਣ ਕਰ ਸਕਦੇ ਹਾਂ ਤੇ ਉਸ ਨੂੰ ਨਸ਼ਟ ਵੀ ਕਰ ਸਕਦੇ ਹਾਂ। ਸੋ ਕੁਝ ਮੁੱਖ ਸਾਡੇ ਕੋਲ ਐਂਟੀਵਾਇਰਸ ਹੈ ਜਿਵੇਂ AVG, ਅਵੀਰਾ, ਮੈਕਾਫੇ, ਅਵਾਸਟ, ਨੋਰਟਨ, ਕੁਇਕੇਲ ਆਦਿ। ਅੱਗੇ ਸਾਡੇ ਕੋਲ ਇਸ ਦੀ ਪੰਜਵੀਂ ਕਿਸਮ ਹੈ ਫਾਇਰਵਾਲ। ਸੋ ਫਾਇਰਵਾਲ ਕੰਪਿਊਟਰ ਸਿਸਟਮ ਵਿੱਚ ਵਰਤੀ ਜਾਣ ਵਾਲੀ ਇੱਕ ਸੁਰੱਖਿਆ ਤਕਨੀਕ ਹੈ ਜੋ ਕਿ ਹਰੇਕ ਕੰਪਿਊਟਰ ਅਤੇ ਕੰਪਿਊਟਰ ਨੈਟਵਰਕ ਨੂੰ ਮਾਲਵੇਅਰ, ਸਾਈਬਰ ਅਪਰਾਧੀ ਦੇ ਹਮਲੇ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਸੋ ਜਦੋਂ ਵੀ ਅਸੀਂ ਇੰਟਰਨੈਟ ਨਾਲ ਜੁੜਦੇ ਹਾਂ ਤਾਂ ਜੋ ਟ੍ਰੈਫਿਕ ਜਾਂ ਮਾਲਵੇਅਰ ਸਾਡੇ ਕੰਪਿਊਟਰ ਵੱਲ ਨੂੰ ਆਉਂਦੇ ਹਨ ਤਾਂ ਫਾਇਰਵਾਲ ਉਸ ਨੂੰ ਸਾਡੇ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਕੰਪਿਊਟਰ ਸਿਸਟਮ ਲਈ ਹਾਰਡਵੇਅਰ ਅਤੇ ਸਾਫਟਵੇਅਰ ਫਾਇਰਵਾਲ ਦੀ ਵਰਤੋਂ ਇਸ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਛੇਵੀਂ ਕਿਸਮ ਹੈ ਡਿਜੀਟਲ ਸਿਗਨੇਚਰ। ਸੋ ਡਿਜੀਟਲ ਸਿਗਨੇਚਰ ਇੱਕ ਡਿਜੀਟਲ ਕੋਡ ਹੈ ਜੋ ਕਿ ਇਲੈਕਟ੍ਰੋਨਿਕਲੀ ਟ੍ਰਾਂਸਫਰ ਹੋਣ ਵਾਲੇ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ ਜਿਸ ਦੇ ਨਾਲ ਭੇਜਣ ਵਾਲੇ ਦੀ ਪਛਾਣ ਹੁੰਦੀ ਹੈ। ਸੋ ਡਿਜੀਟਲ ਸਿਗਨੇਚਰ ਕ੍ਰਿਪਟੋਗ੍ਰਾਫੀ ਜੋ ਕਿ ਅਪਲਾਈਡ ਮੈਥਮੈਟਿਕਸ ਦੀ ਇੱਕ ਬ੍ਰਾਂਚ ਹੈ ਦੇ ਜ਼ਰੀਏ ਬਣਾਏ ਤੇ ਮਿਲਾਨ ਕੀਤੇ ਜਾਂਦੇ ਹਨ। ਡਿਜੀਟਲ ਸਿਗਨੇਚਰ ਲਈ ਸਾਨੂੰ ਦੋ ਕੀਜ਼ ਵਰਤੀਆਂ ਜਾਂਦੀਆਂ ਹਨ, ਇੱਕ ਡਿਜੀਟਲ ਸਿਗਨੇਚਰ ਬਣਾਉਣ ਲਈ ਤੇ ਦੂਜੀ ਇਸ ਦਾ ਮਿਲਾਨ ਕਰਨ ਲਈ।
ਸੋ ਡਿਜੀਟਲ ਸਿਗਨੇਚਰ ਹੱਥ ਰਾਹੀਂ ਕੀਤੇ ਗਏ ਸਿਗਨੇਚਰ ਵਾਂਗ ਹੁੰਦੇ ਹਨ, ਪਰ ਹੱਥ ਰਾਹੀਂ ਕੀਤੇ ਗਏ ਸਿਗਨੇਚਰ ਜ਼ਿਆਦਾ ਭਰੋਸੇਮੰਦ ਅਤੇ ਸੁਰੱਖਿਅਤ ਨਹੀਂ ਹੁੰਦੇ, ਜਦਕਿ ਡਿਜੀਟਲ ਸਿਗਨੇਚਰ ਭਰੋਸੇਯੋਗ ਅਤੇ ਸੁਰੱਖਿਅਤ ਹੁੰਦੇ ਹਨ ਅਤੇ ਇਹਨਾਂ ਦੀ ਵਰਤੋਂ ਲੈਣ ਦੇਣ ਦੇ ਲਈ ਵੀ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਹੈ ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈਬ 'ਚ ਸਾਡੇ ਕੋਲ ਕੀ ਅੰਤਰ ਹੈ। ਸਭ ਤੋਂ ਪਹਿਲਾਂ ਸਾਈਬਰ ਸਪੇਸ ਦਾ ਪਹਿਲਾ ਪੁਆਇੰਟ ਹੈ, ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ, ਜਦਕਿ ਵਰਲਡ ਵਾਈਡ ਵੈਬ ਇੰਟਰਨੈਟ ਦੀ ਦੁਨੀਆ ਵਿੱਚ ਵਰਲਡ ਵਾਈਡ ਵੈਬ ਉਹ ਸਥਾਨ ਜਾਂ ਸੂਚਨਾ ਪ੍ਰਣਾਲੀ ਹੈ ਜਿੱਥੇ ਇੰਟਰਨੈਟ ਨਾਲ ਜੁੜੇ ਸਾਰੇ ਵੈਬ ਸਰਵਰਾਂ ਦੇ ਵੈਬ ਐਡਰੈਸ ਅਤੇ ਵੱਖ-ਵੱਖ HTML ਵਿੱਚ ਬਣੇ ਦਸਤਾਵੇਜ਼ ਦੇ ਲਿੰਕ ਸਟੋਰ ਹੁੰਦੇ ਹਨ। ਅੱਗੇ ਸਾਈਬਰ ਸਪੇਸ ਦਾ ਦੂਜਾ ਪੁਆਇੰਟ ਹੈ, ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ, ਜਦਕਿ ਵਰਲਡ ਵਾਈਡ ਵੈਬ ਰਾਹੀਂ ਹੀ ਇੱਕ ਇਲੈਕਟ੍ਰੋਨਿਕ ਵਾਤਾਵਰਨ ਸਿਰਜਿਆ ਜਾਂਦਾ ਹੈ ਜਿਸ ਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ। ਅਗਲਾ ਸਾਡੇ ਕੋਲ ਟੌਪਿਕ ਹੈ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਕੀ ਹੈ। ਸੋ ਭਾਰਤ ਵਿੱਚ ਸਾਈਬਰ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਚਨਾ ਟੈਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਅੰਦਰ ਲਿਆਉਣ ਅਤੇ ਇਸ ਦੀ ਵਰਤੋਂ ਨੂੰ ਤਰਕਸੰਗਤ ਬਣਾਉਣ ਲਈ ਭਾਰਤ ਦੀ ਕੇਂਦਰ ਸਰਕਾਰ ਨੇ IT ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਪਾਸ ਕੀਤਾ ਅਤੇ ਇਸ ਨੂੰ ITA 2000 ਵੀ ਕਿਹਾ ਜਾਂਦਾ ਹੈ। ਸੋ ਇਹ ਐਕਟ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਸੋ ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸ਼ੋਧ ਕਰਕੇ ਭਾਰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮੁੱਚਾ ਕੰਟਰੋਲ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੂੰ ਦੇ ਦਿੱਤਾ ਗਿਆ ਅਤੇ ਇਸ ਐਕਟ ਵਿੱਚ ਕੁਝ ਨਵੀਆਂ ਤਜਵੀਜ਼ਾਂ ਨੂੰ ਸ਼ਾਮਲ ਕਰ ਦਿੱਤਾ ਗਿਆ। ਹੁਣ ਅੱਗੇ ਅਸੀਂ IT ਐਕਟ ਦੇ ਉਦੇਸ਼ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਉਦੇਸ਼ ਹੈ ਇਲੈਕਟ੍ਰੋਨਿਕ ਸੂਚਨਾ ਦੇ ਡਾਟਾ ਸੰਚਾਰ ਨੂੰ ਮਾਨਤਾ ਦੇਣਾ। ਦੂਸਰਾ ਹੈ ਡਾਟਾ ਜਾਂ ਸੂਚਨਾ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ। ਤੀਸਰਾ ਹੈ ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ। ਚੌਥਾ ਹੈ ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਕਾਨੂੰਨੀ ਢਾਂਚੇ ਦੀ ਵਿਵਸਥਾ ਕਰਨਾ। ਪੰਜਵਾਂ ਹੈ ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਨੀਤੀ ਨੂੰ ਮਾਨਤਾ ਦੇਣਾ। ਛੇਵਾਂ ਹੈ ਸਰਕਾਰੀ ਵਿਭਾਗਾਂ ਜਾਂ ਏਜੰਸੀਆਂ ਵਿੱਚ ਫਾਰਮਾਂ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਜਮ੍ਹਾਂ ਕਰਵਾਉਣ ਦੀ ਸੁਵਿਧਾ ਪ੍ਰਦਾਨ ਕਰਨਾ। ਸੱਤਵਾਂ ਹੈ ਸਮੁੱਚੇ ਭਾਰਤ ਵਿੱਚ ਇਲੈਕਟ੍ਰੋਨਿਕ ਕਮਰਸ ਨੂੰ ਲਾਗੂ ਕਰਨਾ। ਤੇ ਲਾਸਟ ਹੈ ਇਲੈਕਟ੍ਰੋਨਿਕ ਵਪਾਰ ਨੂੰ ਉਤਸ਼ਾਹਿਤ ਕਰਨਾ। ਸੋ ਅੱਗੇ ਹੁਣ ਅਸੀਂ IT ਐਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਾਂਗੇ। ਇਸ ਦੀ ਪਹਿਲੀ ਵਿਸ਼ੇਸ਼ਤਾ ਹੈ ਇਸ ਐਕਟ ਵਿੱਚ ਡਿਜੀਟਲ ਸਿਗਨੇਚਰ ਨੂੰ ਮਾਨਤਾ ਦਿੱਤੀ ਗਈ ਹੈ। ਦੂਸਰਾ ਪੁਆਇੰਟ, ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲੈਣ ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ। ਤੀਸਰਾ ਪੁਆਇੰਟ ਹੈ ਇਹ IT ਐਕਟ ਪੂਰਨ ਤੌਰ ਤੇ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਚੌਥਾ ਪੁਆਇੰਟ ਹੈ ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ ਤੇ ਕਾਰਵਾਈ ਕਰਦਾ ਹੈ। ਇਸ ਐਕਟ ਵਿੱਚ ਸਰਕਾਰੀ ਦਫ਼ਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਛੇਵਾਂ ਪੁਆਇੰਟ ਹੈ ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਖਿਲਾਫ ਸੁਣਵਾਈ ਸਿਰਫ ਸਰਵਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ। ਸੱਤਵਾਂ ਪੁਆਇੰਟ ਹੈ ਇਹ ਐਕਟ ਭਾਰਤ ਤੋਂ ਬਾਹਰ ਤੋਂ ਕੀਤੇ ਗਏ ਉਹਨਾਂ ਅਪਰਾਧਾਂ ਦੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਦਾ ਸੰਬੰਧ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਨਾਲ ਹੋਵੇ। ਅੱਠਵਾਂ ਪੁਆਇੰਟ ਹੈ ਇਸ ਐਕਟ ਵਿੱਚ ਆਨਲਾਈਨ ਰਿਕਾਰਡ ਅਤੇ ਸਟੋਰੇਜ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਨੌਵਾਂ ਪੁਆਇੰਟ ਹੈ ਇਸ ਐਕਟ ਵਿੱਚ ਇਲੈਕਟ੍ਰੋਨਿਕ ਸੰਚਾਰ ਨੂੰ ਵੀ ਮਾਨਤਾ ਦਿੱਤੀ ਗਈ ਹੈ। 10ਵਾਂ ਪੁਆਇੰਟ ਹੈ ਇਸ ਵਿੱਚ ਬੈਂਕਿੰਗ ਖੇਤਰ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਤਕਨੀਕ ਨੂੰ ਵੀ ਮਾਨਤਾ ਦਿੱਤੀ ਗਈ ਹੈ। ਸੋ ਅੱਗੇ ਹੁਣ ਅਸੀਂ ਸੁਰੱਖਿਆ ਖਤਰੇ ਅਤੇ ਸਾਈਬਰ ਸੁਰੱਖਿਆ ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਸਾਈਬਰ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਾਈਬਰ ਕ੍ਰਾਈਮ, ਸਾਈਬਰਨੈਟਿਕ, ਸਾਈਬਰ ਅਟੈਕ ਜਾਂ ਸਾਈਬਰ ਸੁਰੱਖਿਆ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਾਈਬਰ ਸ਼ਬਦ ਸਾਈਬਰਨੈਟਿਕ ਸ਼ਬਦ ਤੋਂ ਲਿਆ ਗਿਆ ਹੈ। ਦੂਸਰੀ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ ਹੈ ਸੌਫਟਵੇਅਰ ਜਾਂ ਹੋਰ ਕੰਪਿਊਟਰ ਆਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਫਿਸ਼ਿੰਗ, ਸਟਾਕਿੰਗ, ਪਾਇਰੇਸੀ ਜਾਂ ਹੈਕਿੰਗ। ਸਾਡੇ ਕੋਲ ਸਹੀ ਉੱਤਰ ਹੈ ਪਾਇਰੇਸੀ। ਅਗਲਾ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ
ਇੱਕ ਜਸੂਸ ਦੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਪਾਈਵੇਅਰ, ਐਡਵੇਅਰ, ਕੰਪਿਊਟਰ ਵਾਇਰਸ ਜਾਂ ਰੈਂਸਮਵੇਅਰ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਪਾਈਵੇਅਰ। ਉਹ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਜਸੂਸ ਦੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਸਾਡੇ ਕੋਲ ਚੌਥਾ ਬਹੁਪਸੰਦੀ ਪ੍ਰਸ਼ਨ ਹੈ, ਉਹ ਕਿਹੜੀ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਸਖਤ ਪਾਸਵਰਡ, ਫਾਇਰਵਾਲ, ਡਿਜੀਟਲ ਸਿਗਨੇਚਰ ਤੇ ਲਾਸਟ ਹੈ ਇਨਕ੍ਰਿਪਸ਼ਨ। ਤਾਂ ਸਾਡੇ ਕੋਲ ਸਹੀ ਉੱਤਰ ਹੈ ਇਨਕ੍ਰਿਪਸ਼ਨ ਉਹ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ IT ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ IT ਐਕਟ 2008, ITA 2000, ਇਨਫੋਰਮੇਸ਼ਨ ਐਕਟ ਜਾਂ ਲਾਸਟ ਵਿੱਚ ਹੈਗਾ ਇਨਕਮ ਟੈਕਸ ਐਕਟ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ IT ਐਕਟ 2000 ਨੂੰ ITA 2000 ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਛੇਵੇਂ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ, ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਵਰਲਡ ਵਾਈਡ ਵੈਬ, ਇੰਟਰ, ਸਾਈਬਰ ਸਪੇਸ ਜਾਂ ਸਾਈਬਰ ਕੈਫੇ। ਸਾਡੇ ਕੋਲ ਸਹੀ ਉੱਤਰ ਹੈ ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ ਉਸਨੂੰ ਸਾਈਬਰ ਸਪੇਸ ਕਹਿੰਦੇ ਹਨ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ ਡੈਸ਼ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰਦੇ ਹਨ। ਸਾਡੇ ਕੋਲ ਇਸਦਾ ਉੱਤਰ ਹੈ ਮਾਲਵੇਅਰ। ਦੂਸਰਾ ਹੈ ਡੈਸ਼ ਇੱਕ ਡਿਜੀਟਲ ਕੋਡ ਹੁੰਦਾ ਹੈ ਜੋ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਦਾ ਹੈ। ਸਾਡੇ ਕੋਲ ਉੱਤਰ ਹੈ ਡਿਜੀਟਲ ਸਿਗਨੇਚਰ। ਤੀਸਰਾ ਹੈ ਐਂਟੀਵਾਇਰਸ ਸੌਫਟਵੇਅਰ ਸਾਡੇ ਕੰਪਿਊਟਰ ਨੂੰ ਡੈਸ਼ ਤੋਂ ਸੁਰੱਖਿਅਤ ਕਰਦਾ ਹੈ। ਸਾਡੇ ਕੋਲ ਇਸਦਾ ਉੱਤਰ ਹੈ ਵਾਇਰਸ। ਚੌਥਾ ਹੈ ਡੈਸ਼ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਸੁਰੱਖਿਆ ਕੰਧ ਦੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਕੋਲ ਉੱਤਰ ਹੈ ਫਾਇਰਵਾਲ। ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ ਕੋਈ ਅਣਅਧਿਕਾਰਿਤ ਵਿਅਕਤੀ ਡੈਸ਼ ਦੁਆਰਾ ਕਿਸੇ ਵੈਬਸਾਈਟ ਵਿੱਚ ਬਦਲਾਅ ਕਰ ਸਕਦਾ ਹੈ। ਇਸ ਦਾ ਸਹੀ ਉੱਤਰ ਹੈ ਸਾਈਬਰ ਹਮਲੇ। ਅੱਗੇ ਛੇਵੀਂ ਖਾਲੀ ਥਾਂ ਇੰਟਰਨੈਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈਸ ਡੈਸ਼ 'ਤੇ ਸਟੋਰ ਹੁੰਦੇ ਹਨ। ਸਾਡੇ ਕੋਲ ਇਸਦਾ ਉੱਤਰ ਹੈ ਵਰਲਡ ਵਾਈਡ ਵੈਬ। ਅੱਗੇ ਸਾਡੇ ਕੋਲ ਬਹੁਤ ਛੋਟੇ ਵਾਲੇ ਪ੍ਰਸ਼ਨ ਹੈ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਪਹਿਲਾ IT ਐਕਟ ਕਦੋਂ ਹੋਂਦ ਵਿੱਚ ਆਇਆ। ਅਤੇ ਸਾਡੇ ਕੋਲ ਸਹੀ ਉੱਤਰ ਹੈ 17 ਅਕਤੂਬਰ 2000 ਵਿੱਚ। ਦੂਸਰਾ ਪ੍ਰਸ਼ਨ ਹੈ ਕੋਈ ਦੋ ਐਂਟੀਵਾਇਰਸ ਸੌਫਟਵੇਅਰ ਦਾ ਨਾਮ ਲਿਖੋ। ਇਹ ਸਾਡੇ ਕੋਲ AVG, ਅਵੀਰਾ, ਅਵਾਸਟ, ਕੁਇਕਹੇਲ ਜਾਂ ਨੋਟਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ CERT-IN ਦਾ ਪੂਰਾ ਨਾਮ ਲਿਖੋ। ਇਸ ਦਾ ਪੂਰਾ ਨਾਮ ਹੈ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ। ਚੌਥਾ ਸਾਡੇ ਕੋਲ ਪ੍ਰਸ਼ਨ ਹੈ ITA 2000 ਦਾ ਪੂਰਾ ਰੂਪ ਲਿਖੋ। ਸੋ ITA ਦਾ ਪੂਰਾ ਰੂਪ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਪਾਇਰੇਸੀ ਕੀ ਹੁੰਦੀ ਹੈ, ਪਰਿਭਾਸ਼ਿਤ ਕਰੋ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸ ਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ 'ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਿੰਦੇ ਹਨ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਦੂਸਰਾ ਪ੍ਰਸ਼ਨ ਹੈ ਵੈਬ ਚੈਕਿੰਗ ਬਾਰੇ ਜਾਣਕਾਰੀ ਦਿਓ। ਸੋ ਵੈਬ ਚੈਕਿੰਗ ਹਾਈਜੈਕਿੰਗ ਦੀ ਤਰ੍ਹਾਂ ਹੀ ਇੱਕ ਅਣਅਧਿਕਾਰਿਤ ਕਾਰਵਾਈ ਹੈ ਜਿਸ ਵਿੱਚ ਕਿਸੇ ਹੈਕਰ ਰਾਹੀਂ ਆਪਣੇ ਨਿੱਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈਬਸਾਈਟ 'ਤੇ ਕਬਜ਼ਾ ਕਰਕੇ ਉਸ ਵਿੱਚ ਅਣਅਧਿਕਾਰਿਤ ਬਦਲਾਅ ਕਰਕੇ ਵੈਬਸਾਈਟ ਵਿੱਚ ਮੌਜੂਦ ਸੂਚਨਾ ਨੂੰ ਬਦਲ ਦਿੱਤਾ ਜਾਂਦਾ ਹੈ ਜਾਂ ਵੈਬਸਾਈਟ ਦਾ ਕੰਟਰੋਲ ਵਾਪਸ ਦੇਣ ਲਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਵੈਬ ਚੈਕਿੰਗ ਰਾਹੀਂ ਕਿਸੇ ਵੈਬਸਾਈਟ ਵਾਂਗ ਡੁਪਲੀਕੇਟ ਵੈਬਸਾਈਟ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਵੈਬਸਾਈਟ ਦਾ ਐਡਰੈਸ ਵੀ ਅਸਲੀ ਵੈਬਸਾਈਟ ਵਾਂਗ ਮਿਲਦਾ ਜੁਲਦਾ ਹੋ ਸਕਦਾ ਹੈ, ਜਿਵੇਂ ਕਿ HDFC.com ਦੀ ਜਗ੍ਹਾ HDFCS.com ਹੋ ਸਕਦਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਸਲਾਮੀ ਅਟੈਕ ਜਾਂ ਹਮਲੇ ਕੀ ਹੁੰਦੇ ਹਨ। ਸਲਾਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਛਾਣ ਕਰਨਾ ਮੁਸ਼ਕਲ ਹੈ। ਸਲਾਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਖਾਤਿਆਂ ਵਿੱਚੋਂ ਥੋੜ੍ਹੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਇਸ ਅਟੈਕ ਬਾਰੇ ਗਾਹਕ ਨੂੰ ਪਤਾ ਵੀ ਨਹੀਂ ਚੱਲਦਾ ਕਿਉਂਕਿ ਅਜਿਹੇ ਆਨਲਾਈਨ ਹਮਲਿਆਂ ਵਿੱਚ ਉਹਨਾਂ ਗਾਹਕਾਂ ਦੇ ਖਾਤਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਬਹੁਤ ਜ਼ਿਆਦਾ ਰਾਸ਼ੀ ਹੁੰਦੀ ਹੈ ਅਤੇ ਪੈਸੇ ਦਾ ਲੈਣ ਦੇਣ ਵੀ ਵੱਧ ਹੁੰਦਾ ਹੈ। ਚੌਥਾ ਪ੍ਰਸ਼ਨ ਹੈ ਐਂਟੀਵਾਇਰਸ ਸੌਫਟਵੇਅਰ ਬਾਰੇ ਸੰਖੇਪ ਜਾਣਕਾਰੀ ਦਿਓ। ਸੋ ਐਂਟੀਵਾਇਰਸ ਇੱਕ ਸੌਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਜਿਸ ਦੀ ਵਰਤੋਂ ਕੰਪਿਊਟਰ ਵਿੱਚ ਵਾਇਰਸ ਦਾ ਪਤਾ ਲਗਾਉਣ ਲਈ ਅਤੇ ਉਸ ਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ
ਵਾਇਰਸ ਨੂੰ ਮਿਟਾਉਣ ਤੋਂ ਇਲਾਵਾ ਵੋਮ, ਟਰੋਜਨ ਅਤੇ ਐਡਵੇਅਰ ਨੂੰ ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਐਂਟੀਵਾਇਰਸ ਸੌਫਟਵੇਅਰ ਸਾਡੀਆਂ ਆਨਲਾਈਨ ਕਿਰਿਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫਾਈਲ ਡਾਊਨਲੋਡ ਨਹੀਂ ਕਰ ਰਹੇ। ਸੋ ਕੁਝ ਮੁੱਖ ਐਂਟੀਵਾਇਰਸ ਸਾਡੇ ਕੋਲ AVG, ਅਵੀਰਾ, ਮੈਕੈਫੇ, ਅਵਾਸਟ, ਨੋਰਟਨ ਅਤੇ ਕੁਇਕਹੇਲ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈਬ ਵਿੱਚ ਅੰਤਰ ਲਿਖੋ। ਸੋ ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ, ਜਦਕਿ ਇੰਟਰਨੈਟ ਦੀ ਦੁਨੀਆ ਵਿੱਚ ਵਰਲਡ ਵਾਈਡ ਵੈਬ ਉਹ ਸਥਾਨ ਜਾਂ ਸੂਚਨਾ ਪ੍ਰਣਾਲੀ ਹੈ ਜਿੱਥੇ ਇੰਟਰਨੈਟ ਨਾਲ ਜੁੜੇ ਸਾਰੇ ਵੈਬ ਸਰਵਰਾਂ ਦੇ ਵੈਬ ਐਡਰੈਸ ਅਤੇ ਵੱਖ-ਵੱਖ HTML ਵਿੱਚ ਬਣੇ ਦਸਤਾਵੇਜ਼ਾਂ ਦੇ ਲਿੰਕ ਸਟੋਰ ਹੁੰਦੇ ਹਨ। ਦੂਸਰਾ ਪੁਆਇੰਟ ਹੈ, ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ, ਜਦਕਿ ਵਰਲਡ ਵਾਈਡ ਵੈਬ ਰਾਹੀਂ ਹੀ ਇੱਕ ਇਲੈਕਟ੍ਰੋਨਿਕ ਵਾਤਾਵਰਨ ਸਿਰਜਿਆ ਜਾਂਦਾ ਹੈ ਜਿਸ ਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ, IT ਐਕਟ 2000 ਦੇ ਕੋਈ 4 ਉਦੇਸ਼ ਲਿਖੋ। ਸੋ ਇਸ ਦਾ ਪਹਿਲਾ ਉਦੇਸ਼ ਹੈ ਇਲੈਕਟ੍ਰੋਨਿਕ ਸੂਚਨਾ ਤੇ ਡਾਟਾ ਸੰਚਾਰ ਨੂੰ ਮਾਨਤਾ ਦੇਣਾ। ਦੂਸਰਾ ਹੈ ਡਾਟਾ ਜਾਂ ਸੂਚਨਾ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ। ਤੀਸਰਾ ਹੈ ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ। ਚੌਥਾ ਹੈ ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਕਾਨੂੰਨੀ ਢਾਂਚੇ ਦੀ ਵਿਵਸਥਾ ਕਰਨਾ। ਅਤੇ ਲਾਸਟ ਹੈ ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਨੀਤੀ ਨੂੰ ਮਾਨਤਾ ਦੇਣਾ। ਸੋ ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਸਾਈਬਰ ਹਮਲੇ ਕੀ ਹੁੰਦੇ ਹਨ? 5 ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਵਰਣਨ ਕਰੋ। ਸੋ ਇੰਟਰਨੈਟ ਦੀ ਵਰਤੋਂ ਨਾਲ ਜਿੱਥੇ ਹਰ ਖੇਤਰ ਦੇ ਕੰਮਕਾਜ ਵਿੱਚ ਤੇਜ਼ੀ ਆਈ ਹੈ, ਸਮੇਂ ਅਤੇ ਪੈਸੇ ਦੀ ਬਚਤ ਹੋ ਰਹੀ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਕਾਰਨ ਕਈ ਤਰ੍ਹਾਂ ਦੇ ਤਕਨੀਕੀ ਖਤਰੇ ਪੈਦਾ ਹੋ ਗਏ ਹਨ, ਜਿਨ੍ਹਾਂ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਬਰ ਖਤਰੇ ਜਾਂ ਹਮਲੇ ਕਿਹਾ ਜਾਂਦਾ ਹੈ। ਸੋ ਸਾਡੇ ਕੋਲ ਸਾਈਬਰ ਹਮਲਿਆਂ ਦਾ ਜਿਹੜਾ ਪਹਿਲਾ ਸਾਡੇ ਕੋਲ ਕਿਸਮ ਹੈ ਉਹ ਹੈ ਸਟਾਕਿੰਗ। ਸਟਾਕਿੰਗ ਸ਼ਬਦ ਦਾ ਅਰਥ ਹੁੰਦਾ ਹੈ ਪਿੱਛਾ ਕਰਨਾ ਜਾਂ ਪਿੱਛੇ ਪੈ ਜਾਣਾ। ਸਾਈਬਰ ਖਤਰਿਆਂ ਜਾਂ ਹਮਲਿਆਂ ਦੀ ਲੜੀ ਵਿੱਚ ਜਦੋਂ ਕੋਈ ਵਿਅਕਤੀ ਇੰਟਰਨੈਟ ਆਧਾਰਿਤ ਐਪਲੀਕੇਸ਼ਨ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਦੂਜੇ ਵਿਅਕਤੀ ਨੂੰ ਉਸ ਦੀ ਇੱਛਾ ਦੇ ਵਿਰੁੱਧ ਜਾ ਕੇ ਕੋਈ ਸੰਦੇਸ਼ ਜਾਂ ਹੋਰ ਕਿਸੇ ਕਿਸਮ ਦੀ ਅਣਉਚਿਤ ਸਮੱਗਰੀ ਭੇਜ ਕੇ ਪਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਸਟਾਕਿੰਗ ਕਿਹਾ ਜਾਂਦਾ ਹੈ। ਦੂਸਰਾ ਸਾਈਬਰ ਹਮਲੇ ਦੀ ਕਿਸਮ ਹੈ ਪਾਇਰੇਸੀ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ 'ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਾਉਂਦਾ ਹੈ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਤੀਸਰਾ ਹੈ ਹੈਕਿੰਗ। ਸੋ ਹੈਕਿੰਗ ਦਾ ਮਤਲਬ ਹੈ ਕੰਪਿਊਟਰ ਸਿਸਟਮ ਦੀ ਕਿਸੇ ਕਮਜ਼ੋਰੀ ਨੂੰ ਲੱਭਣਾ ਅਤੇ ਉਸ ਕਮਜ਼ੋਰੀ ਦਾ ਲਾਭ ਲੈ ਕੇ ਕੰਪਿਊਟਰ ਦੇ ਮਾਲਕ ਨੂੰ ਬਲੈਕਮੇਲ ਕਰਨਾ। ਸੋ ਹੈਕਿੰਗ ਇੱਕ ਵਿਅਕਤੀ ਵੱਲੋਂ ਕੰਪਿਊਟਰ ਰਾਹੀਂ ਕੀਤੀ ਜਾਂਦੀ ਹੈ ਜਿਸ ਨੂੰ ਹੈਕਰ ਜਾਂ ਅਣਅਧਿਕਾਰਿਤ ਵਿਅਕਤੀ ਕਿਹਾ ਜਾਂਦਾ ਹੈ ਅਤੇ ਉਸ ਨੂੰ ਕੰਪਿਊਟਰ ਬਾਰੇ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਅਤੇ ਉਹ ਕੰਪਿਊਟਰ ਵਿੱਚੋਂ ਜਾਣਕਾਰੀ ਚੋਰੀ ਕਰਨ ਵਿੱਚ ਮਾਹਰ ਹੁੰਦੇ ਹਨ। ਹੈਕਿੰਗ ਇੱਕ ਸਾਈਬਰ ਅਪਰਾਧ ਹੈ ਜਿਸ ਦੇ ਰਾਹੀਂ ਹੈਕਰ ਕਿਸੇ ਨਾ ਕਿਸੇ ਤਕਨੀਕ ਰਾਹੀਂ ਦੂਜੇ ਵਿਅਕਤੀ ਦੇ ਕੰਪਿਊਟਰ ਖਾਤੇ, ਵੈਬਸਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ID ਨਾਲ ਛੇੜਛਾੜ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅੱਗੇ ਚੌਥਾ ਪੁਆਇੰਟ ਹੈ ਸਪੈਮਿੰਗ। ਸੋ ਕਿਸੇ ਵਿਅਕਤੀ ਨੂੰ ਇੱਕ ਹੀ ਵਿਸ਼ੇ ਨਾਲ ਸੰਬੰਧਿਤ ਬਾਰ-ਬਾਰ ਈਮੇਲ ਰਾਹੀਂ ਮੈਸੇਜ ਭੇਜਣਾ ਜਾਂ ਅਣਚਾਹੇ ਸੰਦੇਸ਼ ਜਾਂ ਵਿਗਿਆਪਨ ਭੇਜਣਾ ਸਪੈਮਿੰਗ ਅਖਵਾਉਂਦਾ ਹੈ। ਸੋ ਸਪੈਮਿੰਗ ਦਾ ਮੁੱਖ ਉਦੇਸ਼ ਯੂਜ਼ਰ ਦੇ ਕੰਪਿਊਟਰ ਦਾ ਡਾਟਾ ਚੋਰੀ ਕਰਨਾ ਹੁੰਦਾ ਹੈ, ਜਿਵੇਂ ਕਿ ਈਮੇਲ, ਫੇਸਬੁੱਕ ਅਤੇ WhatsApp ਉੱਪਰ ਸਭ ਤੋਂ ਜ਼ਿਆਦਾ ਸਪੈਮਿੰਗ ਹੁੰਦੀ ਹੈ। ਪੰਜਵਾਂ ਪੁਆਇੰਟ ਹੈ ਸਲੈਮੀ ਅਟੈਕ। ਸੋ ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਛਾਣ ਕਰਨਾ ਮੁਸ਼ਕਿਲ ਹੈ। ਸਲੈਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ-ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਥੋੜ੍ਹੇ-ਥੋੜ੍ਹੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਅੱਗੇ ਸਾਡੇ ਕੋਲ ਦੂਜਾ ਵੱਡਾ ਪ੍ਰਸ਼ਨ ਹੈ ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਤਾਰ ਸਹਿਤ ਵਿਆਖਿਆ ਕਰੋ। ਸੋ ਸਾਈਬਰ ਹਮਲਿਆਂ ਦੇ ਜਿਹੜਾ ਪਹਿਲਾ ਕਾਰਨ ਹੈ ਇੰਟਰਨੈਟ ਤੱਕ ਆਸਾਨ ਪਹੁੰਚ। ਸੋ ਹਰੇਕ ਵਿਅਕਤੀ ਇੰਟਰਨੈਟ 'ਤੇ ਬਹੁਤ ਸਮਾਂ ਬਤੀਤ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆਂ ਰਾਹੀਂ ਇੰਟਰਨੈਟ ਸਾਂਝਾ ਕਰਦਾ ਹੈ, ਜਿਸ ਨਾਲ ਸਾਈਬਰ ਹਮਲਾਵਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਮੌਕਾ ਜਾਂ ਉਹਨਾਂ ਦਾ ਹੌਸਲਾ ਵੱਧਦਾ ਹੈ। ਦੂਸਰਾ ਹੈ ਤਕਨੀਕੀ ਜਾਣਕਾਰੀ ਦੀ ਘਾਟ। ਤਕਨੀਕੀ ਜਾਣਕਾਰੀ ਦੀ ਘਾਟ ਹੋਣ ਕਰਕੇ ਵਿਅਕਤੀ ਕਿਸੇ ਨਾ ਕਿਸੇ ਵੈਬਸਾਈਟ ਦੇ ਲਿੰਕ 'ਤੇ ਕਲਿੱਕ ਕਰਕੇ ਗੁਪਤ ਜਾਣਕਾਰੀ ਜਿਵੇਂ ਡੈਬਿਟ ਕਾਰਡ, ਕ੍ਰੈਡਿਟ ਕਾਰਡ ਸੂਚਨਾ ਸਾਂਝੀ ਕਰਕੇ ਵੀ ਸਾਈਬਰ ਹਮਲੇ ਦਾ ਸ਼ਿਕਾਰ ਹੋ ਜਾਂਦਾ ਹੈ। ਤੀਸਰਾ ਇਸ ਦਾ ਪੁਆਇੰਟ ਹੈ
ਸਿਕਿਉਰਿਟੀ ਅਤੇ ਪ੍ਰਾਈਵੇਸੀ ਦੀ ਸੁਚੱਜੀ ਵਰਤੋਂ ਨਾ ਕਰਨਾ। ਸੋ ਇੰਟਰਨੈਟ ਵਰਤੋਂਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਦੀ ਵਰਤੋਂ ਨਾ ਕਰਨ ਕਰਕੇ ਵੀ ਸਾਈਬਰ ਹਮਲਾਵਰ ਆਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤਿਆਂ ਨੂੰ ਆਸਾਨੀ ਨਾਲ ਵਰਤ ਲੈਂਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਚੌਥਾ ਹੈ ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ। ਸੋ ਅਪਰਾਧਿਕ ਬਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਕ ਹਿੱਤਾਂ ਨੂੰ ਪੂਰਾ ਕਰਨ ਲਈ ਸਾਈਬਰ ਹਮਲੇ ਦਾ ਸਹਾਰਾ ਲੈ ਰਹੇ ਹਨ, ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਪੰਜਵਾਂ ਹੈ IT ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ। ਸੋ ਸਾਈਬਰ ਹਮਲਿਆਂ ਦੇ ਵਧਣ ਦਾ ਮੁੱਖ ਕਾਰਨ ਬਹੁਤੇ ਲੋਕਾਂ ਨੂੰ IT ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਾ ਹੋਣਾ ਹੈ। ਇਸ ਅਗਿਆਨਤਾ ਕਰਕੇ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨੀਆ ਵਿੱਚ ਸ਼ਾਮਲ ਹੋ ਰਹੇ ਹਨ। ਤੀਸਰਾ ਵੱਡਾ ਪ੍ਰਸ਼ਨ ਹੈ ਮਾਲਵੇਅਰ ਤੋਂ ਕੀ ਭਾਵ ਹੈ। ਮਾਲਵੇਅਰ ਦੀਆਂ 5 ਕਿਸਮਾਂ ਦੀ ਵਿਆਖਿਆ ਕਰੋ। ਸੋ ਮਾਲਵੇਅਰ ਸ਼ਬਦ 2 ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਜਿਸ ਵਿੱਚ ਮਾਲ ਦਾ ਪੂਰਾ ਸ਼ਬਦ ਹੈ ਮੈਲੀਸ਼ੀਅਸ ਅਤੇ ਵੇਅਰ ਦਾ ਪੂਰਾ ਸ਼ਬਦ ਹੈ ਸੌਫਟਵੇਅਰ ਅਤੇ ਦੋਨਾਂ ਸ਼ਬਦਾਂ ਦੇ ਸੁਮੇਲ ਦਾ ਛੋਟਾ ਰੂਪ ਹੈ ਮਾਲਵੇਅਰ। ਸੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦੂਸ਼ਿਤ ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ, ਕਿਉਂਕਿ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਕ ਬਿਰਤੀ ਦੇ ਲੋਕਾਂ ਵੱਲੋਂ ਬਣਾਏ ਜਾਂਦੇ ਹਨ ਅਤੇ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਜਾਂ ਖਰਾਬ ਕਰਦੇ ਹਨ। ਸੋ ਇਸ ਦੀ ਮਾਲਵੇਅਰ ਦੀ ਪਹਿਲੀ ਕਿਸਮ ਹੈ ਸਾਡੇ ਕੋਲ ਐਡਵੇਅਰ। ਐਡਵੇਅਰ ਉਹ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਐਡ ਆਨ ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਐਡਵੇਅਰ ਉਸ ਸਮੇਂ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ ਜਦੋਂ ਕਿਸੇ ਯੂਜ਼ਰ ਵੱਲੋਂ ਇੰਟਰਨੈਟ ਸਰਫਿੰਗ ਸਮੇਂ ਕਿਸੇ ਅਣਚਾਹੀ ਨਜ਼ਰ ਆ ਰਹੀ ਐਡ ਆਨ ਜਾਂ ਮਸ਼ਹੂਰੀ 'ਤੇ ਕਲਿੱਕ ਕੀਤਾ ਜਾਂਦਾ ਹੈ। ਦੂਸਰਾ ਇਸ ਦਾ ਕਿਸਮ ਹੈ ਰੈਂਸਮਵੇਅਰ। ਰੈਂਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਤੋਂ ਹੈ ਜੋ ਕਿ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲੌਕ ਕਰ ਦਿੰਦੇ ਹਨ ਅਤੇ ਉਸ ਤਰ੍ਹਾਂ ਦੇ ਸੌਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਵੱਲੋਂ ਕੰਪਿਊਟਰ ਨੂੰ ਅਨਲੌਕ ਕਰਨ ਦੇ ਬਦਲੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ। ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਨੂੰ ਰੈਂਸਮਵੇਅਰ ਕਿਹਾ ਜਾਂਦਾ ਹੈ। ਅੱਗੇ ਦੀ ਤੀਸਰੀ ਕਿਸਮ ਹੈ ਕੰਪਿਊਟਰ ਵਾਰਮ। ਸੋ ਕੰਪਿਊਟਰ ਵਾਰਮ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਹੁੰਦੇ ਹਨ ਜੋ ਕਿ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੇ ਹਨ। ਕੰਪਿਊਟਰ ਵਾਰਮ ਕੰਪਿਊਟਰ ਦੀ ਪ੍ਰਣਾਲੀ ਨੂੰ ਹੌਲੀ ਹੌਲੀ ਅੰਦਰੋਂ ਅੰਦਰੀ ਘੁਣ ਵਾਂਗ ਦੂਸ਼ਿਤ ਕਰਦੇ ਹਨ ਅਤੇ ਇਹ ਅਸਲ ਫਾਈਲਾਂ ਨੂੰ ਛੁਪਾ ਕੇ ਵਾਇਰਸ ਦੀਆਂ ਫਾਈਲਾਂ ਨੂੰ ਉਸਦੀ ਥਾਂ 'ਤੇ ਵਿਖਾਉਂਦੇ ਹਨ ਅਤੇ ਇਹ ਆਪਣੇ ਆਪ ਨੂੰ ਦੁਹਰਾਉਂਦੇ ਰਹਿੰਦੇ ਹਨ। ਸੋ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਉਸਦੇ ਕੰਪਿਊਟਰ ਵਿੱਚ ਵਾਰਮ ਪ੍ਰੋਗਰਾਮ ਦਾਖਲ ਹੋ ਚੁੱਕਿਆ ਹੈ। ਜਦੋਂ ਤੱਕ ਇਸ ਬਾਰੇ ਪਤਾ ਚੱਲਦਾ ਹੈ ਉਦੋਂ ਤੱਕ ਕੰਪਿਊਟਰ ਖਰਾਬ ਹੋ ਚੁੱਕਿਆ ਹੁੰਦਾ ਹੈ। ਅੱਗੇ ਚੌਥਾ ਪੁਆਇੰਟ ਹੈ ਬਰਾਊਜ਼ਰ ਹੈਕਿੰਗ। ਸੋ ਬਰਾਊਜ਼ਰ ਹੈਕਿੰਗ ਜਾਂ ਹਾਈਜੈਕਿੰਗ ਸੌਫਟਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿ ਕਿਸੇ ਵੀ ਯੂਜ਼ਰ ਦੇ ਵੈਬ ਬਰਾਊਜ਼ਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਸਦੇ ਯੂਜ਼ਰ ਦੀ ਮਰਜ਼ੀ ਤੋਂ ਬਿਨਾਂ ਬਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ ਅਤੇ ਉਸ ਬਰਾਊਜ਼ਰ 'ਤੇ ਅਣਚਾਹੀਆਂ ਵੈਬਸਾਈਟਾਂ ਵੀ ਆਪਣੇ ਆਪ ਖੋਲ੍ਹਣ ਲਾ ਦਿੰਦੇ ਹਨ। ਸੋ ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬਰਾਊਜ਼ਰ ਹੈਕਿੰਗ ਜਾਂ ਬਰਾਊਜ਼ਰ ਹਾਈਜੈਕਿੰਗ ਕਿਹਾ ਜਾਂਦਾ ਹੈ। ਪੰਜਵਾਂ ਸਾਡੇ ਕੋਲ ਹੈ ਸਟੀਲਵੇਅਰ। ਸਟੀਲਵੇਅਰ ਉਹ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਤਰ੍ਹਾਂ ਦੀ ਜ਼ਰੂਰੀ ਸੂਚਨਾ ਨੂੰ ਚੋਰੀ ਕਰਨ ਜਾਂ ਉਸਦੀ ਥਾਂ ਬਦਲਣ ਲਈ ਬਣਾਏ ਜਾਂਦੇ ਹਨ। ਸਟੀਲਵੇਅਰ ਆਮ ਤੌਰ 'ਤੇ ਬੈਂਕਿੰਗ ਖੇਤਰ ਵਿੱਚ ਪੈਸੇ ਦੇ ਲੈਣ ਦੇਣ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆ ਤਾਂ ਕਿਸੇ ਜਾਣਕਾਰੀ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ, ਜਦਕਿ ਸਟੀਲਵੇਅਰ ਮਾਲਵੇਅਰ ਇਸ ਦੀ ਥਾਂ ਨੂੰ ਬਦਲ ਕੇ ਕਿਸੇ ਸਾਈਬਰ ਅਪਰਾਧੀ ਜਿਸਨੇ ਸੌਫਟਵੇਅਰ ਸਟੀਲਵੇਅਰ ਬਣਾਇਆ ਹੁੰਦਾ ਹੈ ਉਸ ਦੇ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਕਰ ਦਿੰਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸਾਈਬਰ ਸਪੇਸ ਕੀ ਹੁੰਦੀ ਹੈ। 5 ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਣਨ ਕਰੋ। ਸੋ ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਸੋ ਅੱਗੇ ਹੁਣ ਅਸੀਂ ਸਾਈਬਰ ਸੁਰੱਖਿਆ ਤਕਨੀਕ ਦੀ ਪਹਿਲੀ ਕਿਸਮ ਬਾਰੇ ਜਾਣ ਲੈਂਦੇ ਜੋ ਸਾਡੇ ਕੋਲ ਪ੍ਰਮਾਣੀਕਰਨ। ਪ੍ਰਮਾਣੀਕਰਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਅਧਿਕਾਰ ਹੁੰਦੇ ਹਨ ਕਿ ਕਿਸ ਨੂੰ ਉਸਦੇ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦਿੱਤੀ ਹੈ ਅਤੇ ਕਿਸ ਨੂੰ ਨਹੀਂ। ਪ੍ਰਮਾਣੀਕਰਨ ਸੁਰੱਖਿਆ ਤਕਨੀਕ ਰਾਹੀਂ ਸਿਰਫ ਉਹ ਵਿਅਕਤੀ ਹੀ ਇਸ ਕੰਪਿਊਟਰ ਨੂੰ ਵਰਤ ਸਕਦਾ ਹੈ ਜਿਸ ਨੂੰ ਇਸ ਕੰਪਿਊਟਰ ਸਿਸਟਮ ਦੇ ਮਾਲਕ ਵੱਲੋਂ ਪ੍ਰਮਾਣਿਕਤਾ ਦਿੱਤੀ ਗਈ ਹੋਵੇ। ਦੂਸਰਾ ਪੁਆਇੰਟ ਹੈ ਸਟਰੋਂਗ ਪਾਸਵਰਡ। ਕੰਪਿਊਟਰ ਸਿਸਟਮ ਪ੍ਰਣਾਲੀ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਦਾ ਆਸਾਨ ਅਤੇ ਸੌਖਾ ਤਰੀਕਾ ਆਪਣੀ ਹਰ ਤਰ੍ਹਾਂ ਦੀ ID ਅਤੇ ਖਾਤੇ ਲਈ ਸਟਰੋਂਗ ਪਾਸਵਰਡ ਦੀ ਵਰਤੋਂ ਕੀਤੀ ਜਾਵੇ। ਪਾਸਵਰਡ ਜਿੰਨਾ ਗੁੰਝਲਦਾਰ ਅਤੇ ਸਖਤ ਹੋਵੇਗਾ, ਹੈਕਰ ਲਈ ਇਸ ਪਾਸਵਰਡ ਨੂੰ ਬੁੱਝਣਾ ਜਾਂ ਚੋਰੀ ਕਰਨਾ ਉਨਾ ਹੀ ਔਖਾ ਹੋਵੇਗਾ। ਸੋ ਕਿਸੇ ਵੀ ਤਰ੍ਹਾਂ ਦੀ ID ਦੇ ਖਾਤੇ ਦਾ ਪਾਸਵਰਡ ਅੱਖਰ, ਨੰਬਰ ਜਾਂ ਵਿਸ਼ੇਸ਼ ਚਿੰਨ੍ਹ ਦੇ ਸੁਮੇਲ ਨਾਲ ਚੁਣ ਕੇ ਰੱਖਣਾ ਚਾਹੀਦਾ ਹੈ।
ਤੀਸਰਾ ਹੈ ਸਾਡੇ ਕੋਲ ਇਨਕ੍ਰਿਪਸ਼ਨ ਇੱਕ ਅਜਿਹੀ ਤਕਨੀਕ ਹੈ ਜਿਸ ਨੂੰ ਕਿਸੇ ਯੂਜ਼ਰ ਦੇ ਖਾਤੇ ਦੇ ਪਾਸਵਰਡ ਜਾਂ ਡਾਟੇ ਉੱਪਰ ਲਾਗੂ ਕੀਤਾ ਜਾਂਦਾ ਹੈ ਤਾਂ ਕਿ ਜਦੋਂ ਵੀ ਇਹ ਪਾਸਵਰਡ ਜਾਂ ਡਾਟਾ ਕਿਸੇ ਵੀ ਵੈਬਸਾਈਟ ਵਿੱਚ ਭਰਿਆ ਜਾਵੇ ਤਾਂ ਇਨਕ੍ਰਿਪਸ਼ਨ ਤਕਨੀਕ ਇਸ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦੇਵੇ ਅਤੇ ਇਸ ਨੂੰ ਕਿਸੇ ਲਈ ਸਮਝਣਾ ਔਖਾ ਹੋਵੇ। ਸੋ ਇਨਕ੍ਰਿਪਸ਼ਨ ਤਕਨੀਕ ਦੀ ਵਰਤੋਂ ਈਮੇਲ ਆਈਡੀ, ਪਾਸਵਰਡ ਜਾਂ ਆਨਲਾਈਨ ਬੈਂਕਿੰਗ ਦੇ ਪਾਸਵਰਡ 'ਤੇ ਲਾਗੂ ਕੀਤੀ ਜਾਂਦੀ ਹੈ। ਚੌਥਾ ਪੁਆਇੰਟ ਹੈ ਫਾਇਰਵਾਲ ਕੰਪਿਊਟਰ ਸਿਸਟਮ ਵਿੱਚ ਵਰਤੀ ਜਾਣ ਵਾਲੀ ਇੱਕ ਸੁਰੱਖਿਆ ਤਕਨੀਕ ਹੈ ਜੋ ਕਿ ਹਰੇਕ ਕੰਪਿਊਟਰ ਵਿੱਚ ਕੰਪਿਊਟਰ ਨੈਟਵਰਕ ਨੂੰ ਮਾਲਵੇਅਰ, ਸਾਈਬਰ ਅਪਰਾਧੀ ਦੇ ਹਮਲੇ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਸੋ ਜਦੋਂ ਵੀ ਅਸੀਂ ਇੰਟਰਨੈਟ ਨਾਲ ਜੁੜਦੇ ਹਾਂ ਤਾਂ ਜੋ ਟ੍ਰੈਫਿਕ ਜਾਂ ਮਾਲਵੇਅਰ ਸਾਡੇ ਕੰਪਿਊਟਰ ਵੱਲ ਨੂੰ ਆਉਂਦੇ ਹਨ ਤਾਂ ਫਾਇਰਵਾਲ ਉਸ ਨੂੰ ਸਾਡੇ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਸੋ ਕੰਪਿਊਟਰ ਸਿਸਟਮ ਲਈ ਹਾਰਡਵੇਅਰ ਅਤੇ ਸੌਫਟਵੇਅਰ ਫਾਇਰਵਾਲ ਦੀ ਵਰਤੋਂ ਇਸ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਪੰਜਵਾਂ ਸਾਡੇ ਕੋਲ ਕਿਸਮ ਹੈ ਡਿਜੀਟਲ ਸਿਗਨੇਚਰ। ਸੋ ਡਿਜੀਟਲ ਸਿਗਨੇਚਰ ਇੱਕ ਡਿਜੀਟਲ ਕੋਡ ਹੈ ਜੋ ਕਿ ਇਲੈਕਟ੍ਰੋਨਿਕਲੀ ਟ੍ਰਾਂਸਫਰ ਹੋਣ ਵਾਲੇ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ ਜਿਸ ਦੇ ਨਾਲ ਭੇਜਣ ਵਾਲੇ ਦੀ ਪਛਾਣ ਹੁੰਦੀ ਹੈ। ਸੋ ਡਿਜੀਟਲ ਸਿਗਨੇਚਰ ਕ੍ਰਿਪਟੋਗ੍ਰਾਫੀ ਡਿਜੀਟਲ ਸਿਗਨਲ ਕ੍ਰਿਪਟੋਗ੍ਰਾਫੀ ਜੋ ਕਿ ਅਪਲਾਈਡ ਮੈਥਮੈਟਿਕਸ ਦੀ ਇੱਕ ਬ੍ਰਾਂਚ ਹੈ ਦੇ ਜ਼ਰੀਏ ਬਣਾਏ ਅਤੇ ਮਿਲਾਨ ਕੀਤੇ ਜਾਂਦੇ ਹਨ। ਡਿਜੀਟਲ ਸਿਗਨੇਚਰ ਲਈ ਦੋ ਕੀਜ਼ ਵਰਤੀਆਂ ਜਾਂਦੀਆਂ ਹਨ, ਇੱਕ ਡਿਜੀਟਲ ਸਿਗਨੇਚਰ ਬਣਾਉਣ ਲਈ ਅਤੇ ਦੂਜੀ ਇਸ ਦਾ ਮਿਲਾਨ ਕਰਨ ਲਈ। ਸੋ ਡਿਜੀਟਲ ਸਿਗਨੇਚਰ ਹੱਥ ਰਾਹੀਂ ਕੀਤੇ ਗਏ ਸਿਗਨੇਚਰ ਵਾਂਗ ਹੁੰਦੇ ਹਨ ਪਰ ਹੱਥ ਰਾਹੀਂ ਕੀਤੇ ਸਿਗਨੇਚਰ ਜ਼ਿਆਦਾ ਭਰੋਸੇਮੰਦ ਅਤੇ ਸੁਰੱਖਿਅਤ ਨਹੀਂ ਹੁੰਦੇ ਜਦਕਿ ਡਿਜੀਟਲ ਸਿਗਨੇਚਰ ਭਰੋਸੇਯੋਗ ਅਤੇ ਸੁਰੱਖਿਅਤ ਹੁੰਦੇ ਹਨ। ਅੱਗੇ ਸਾਡੇ ਕੋਲ ਪੰਜਵਾਂ ਵੱਡਾ ਪ੍ਰਸ਼ਨ ਹੈ IT ਐਕਟ 2000 ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਤਾਂ ਭਾਰਤ ਵਿੱਚ ਸਾਈਬਰ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਚਨਾ ਤਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਅੰਦਰ ਲਿਆਉਣ ਅਤੇ ਇਸ ਦੀ ਵਰਤੋਂ ਨੂੰ ਤਰਕਸੰਗਤ ਬਣਾਉਣ ਲਈ ਭਾਰਤ ਦੀ ਕੇਂਦਰ ਸਰਕਾਰ ਨੇ IT ਐਕਟ 2000 ਪਾਸ ਕੀਤਾ ਅਤੇ ਇਸ ਨੂੰ ITA 2000 ਵੀ ਕਿਹਾ ਜਾਂਦਾ ਹੈ। ਇਹ ਐਕਟ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸ਼ੋਧ ਕਰਕੇ ਭਾਰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮੁੱਚਾ ਕੰਟਰੋਲ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਦੇ ਦਿੱਤਾ ਗਿਆ ਅਤੇ ਇਸ ਐਕਟ ਵਿੱਚ ਕੁਝ ਨਵੀਆਂ ਤਜਵੀਜ਼ਾਂ ਨੂੰ ਸ਼ਾਮਲ ਕਰ ਦਿੱਤਾ ਗਿਆ। ਸੋ IT ਐਕਟ ਦੀਆਂ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹੈ ਜਿਸ ਵਿੱਚ ਪਹਿਲੀ ਇਸ ਐਕਟ ਵਿੱਚ ਡਿਜੀਟਲ ਸਿਗਨੇਚਰ ਨੂੰ ਮਾਨਤਾ ਦਿੱਤੀ ਗਈ ਹੈ। ਦੂਸਰਾ ਪੁਆਇੰਟ ਹੈ ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲੈਣ ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ। ਇਹ IT ਐਕਟ ਪੂਰਨ ਤੌਰ 'ਤੇ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ 'ਤੇ ਕਾਰਵਾਈ ਕਰਦਾ ਹੈ। ਇਸ ਐਕਟ ਵਿੱਚ ਸਰਕਾਰੀ ਦਫ਼ਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਖਿਲਾਫ ਸੁਣਵਾਈ ਸਿਰਫ ਸਰਵਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ। ਸੋ ਵਿਦਿਆਰਥੀਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।